ਹੈਲੋ ਸਟੂਡੈਂਟਸ, ਅੱਜ ਆਪਾਂ ਤੁਹਾਡੀ ਫਲੈਮਿੰਗੋ ਬੁੱਕ ਦੇ ਸੈਕੰਡ ਚੈਪਟਰ ਦ ਲੌਸਟ ਸਪਰਿੰਗ ਦਾ ਸੈਕੰਡ ਪਾਰਟ ਕਰਾਂਗੇ, ਜੋ ਕਿ ਮੁਕੇਸ਼ ਬਾਰੇ ਹੈ, ਜੋ ਕਿ ਇੱਕ ਬੈਂਗਲ ਮੇਕਰ ਹੈ ਫਿਰੋਜ਼ਾਬਾਦ ਵਿੱਚ। ਜਿਵੇਂ ਕਿ ਮੈਂ ਤੁਹਾਨੂੰ ਫਸਟ ਵੀਡੀਓ ਲੈਕਚਰ ਵਿੱਚ ਦੱਸਿਆ ਸੀ ਕਿ ਇਸ ਚੈਪਟਰ ਦੇ ਦੋ ਪਾਰਟਸ ਬਣਨਗੇ। ਪਹਿਲਾਂ ਸਾਹਿਬੇ ਆਲਮ ਬਾਰੇ ਸੀ, ਜੋ ਕਿ ਇੱਕ ਰੈਗ ਪਿਕਰ ਸੀ, ਜਿਸ ਬਾਰੇ ਆਪਾਂ ਫਸਟ ਵੀਡੀਓ ਲੈਕਚਰ ਵਿੱਚ ਕਰ ਚੁੱਕੇ ਹਾਂ, ਅਤੇ ਇਹ ਦੂਸਰਾ ਪਾਰਟ ਮੁਕੇਸ਼ ਬਾਰੇ ਹੈ, ਜੋ ਕਿ ਇੱਕ ਬੈਂਗਲ ਮੇਕਰ ਹੈ ਫਿਰੋਜ਼ਾਬਾਦ ਵਿੱਚ। ਇਸ ਬਾਰੇ ਆਪਾਂ ਇਸ ਸਟੋਰੀ ਵਿੱਚ ਕਰਾਂਗੇ। ਲੈਟਸ ਸਟਾਰਟ। ਆਈ ਵਾਂਟ ਟੂ ਡਰਾਈਵ ਅ ਕਾਰ। ਮੈਂ ਇੱਕ ਕਾਰ ਡਰਾਈਵ ਕਰਨੀ ਚਾਹੁੰਦਾ ਹਾਂ। ਇਹ ਕੌਣ ਕਹਿ ਰਿਹਾ ਹੈ? ਮੁਕੇਸ਼ ਕਹਿ ਰਿਹਾ ਹੈ। ਮੁਕੇਸ਼ ਇਨਸਿਸਟਸ। ਮੁਕੇਸ਼ ਕੀ ਹੈ? ਇੱਕ ਗੱਲ ਉੱਪਰ ਅੜਿਆ ਹੋਇਆ ਹੈ, ਔਨ ਬੀਇੰਗ ਹਿਜ਼ ਓਨ ਮਾਸਟਰ। ਅਨੀਸ ਜੰਗ ਇਹ ਸਟੋਰੀ ਦੱਸ ਰਹੇ ਹਨ ਕਿ ਮੁਕੇਸ਼ ਆਪਣਾ ਮਾਲਕ ਆਪ ਬਣਨ ਉੱਪਰ ਅੜਿਆ ਹੋਇਆ ਹੈ। I will be a motor mechanic, he announced. ਉਹ ਕੀ ਅਨਾਉਂਸ ਕਰਦਾ ਹੈ ਕਿ ਮੈਂ ਇੱਕ ਮੋਟਰ ਮਕੈਨਿਕ ਬਣਾਂਗਾ। Do you know anything about cars? ਅਨੀਸ ਜੰਗ ਉਸ ਨੂੰ ਕੀ ਪੁੱਛ ਲੈਂਦੇ ਹਨ ਕਿ ਤੈਨੂੰ ਕੁਝ ਪਤਾ ਹੈ ਕਾਰਾਂ ਬਾਰੇ? I will learn to drive a car. ਮੈਂ ਕਾਰ ਚਲਾਉਣੀ ਸਿੱਖ ਲਵਾਂਗਾ। He answers. ਤਾਂ ਮੁਕੇਸ਼ ਕੀ ਆਨਸਰ ਦਿੰਦਾ ਹੈ ਕਿ ਮੈਂ ਕਾਰ ਚਲਾਉਣੀ ਸਿੱਖ ਲਵਾਂਗਾ। Looking straight into my eyes. ਅਨੀਸ ਜੰਗ ਦੱਸ ਰਹੇ ਹਨ, ਬਿਲਕੁਲ ਮੇਰੀਆਂ ਅੱਖਾਂ ਵਿੱਚ ਸਿੱਧੇ ਦੇਖਦੇ ਹੋਏ ਉਹ ਕੀ ਕਹਿੰਦਾ ਹੈ? ਪੂਰੇ ਕੌਨਫੀਡੈਂਸ ਨਾਲ ਕਹਿੰਦਾ ਹੈ ਕਿ ਮੈਂ ਕਾਰ ਚਲਾਉਣੀ ਸਿੱਖ ਲਵਾਂਗਾ। His dream looms like a mirage amidst the dust of streets that fill his own town, ਫਿਰੋਜ਼ਾਬਾਦ। ਉਸ ਦੀਆਂ ਜੋ ਸੁਪਨੇ ਹਨ ਉਸਦਾ ਇਹ ਸੁਪਨਾ ਹੈ ਕਾਰਾਂ ਚਲਾਉਣ ਦਾ। ਉਹ ਕੀ ਹੈ? His dream looms। ਲੂਮਸ ਕੀ ਹੁੰਦਾ? ਜਦ ਕੋਈ ਚੀਜ਼ ਆਪਾਂ ਨੂੰ ਧੁੰਦਲੀ ਜਿਹੀ ਦਿਸਦੀ ਹੈ ਨਾ, ਤਾਂ ਉਸਨੂੰ ਲੂਮਸ ਕਹਿੰਦੇ ਹਨ। ਲਾਈਕ ਆ ਮਿਰੇਜ। ਮਿਰੇਜ ਕੀ ਹੁੰਦਾ? ਕੋਈ ਭੁਲੇਖਾ। ਜਿਵੇਂ ਆਪਾਂ ਰੇਗਿਸਤਾਨ ਦੇ ਵਿੱਚ ਦੇਖਦੇ ਹਾਂ, ਦੂਰ ਆਪਾਂ ਨੂੰ ਕੀ ਦਿਖਦਾ ਹੈ? ਇਸ ਤਰ੍ਹਾਂ ਲੱਗਦਾ ਹੈ ਜਿਵੇਂ ਪਾਣੀ ਦਿਖ ਰਿਹਾ ਹੋਵੇ ਕਿਸੇ ਪਿਆਸੇ ਵਿਅਕਤੀ ਨੂੰ। ਉਹ ਦੂਰੋਂ ਵੀ ਰੇਤ ਵੀ ਚਮਕਦੀ ਹੋਈ ਇਸ ਤਰ੍ਹਾਂ ਦਿਸਦੀ ਹੈ ਜਿਸ ਤਰ੍ਹਾਂ ਪਾਣੀ ਦਿਸ ਰਿਹਾ ਹੋਵੇ। ਤਾਂ ਉਸਨੂੰ ਵੀ ਕੀ ਹੈ? ਉਸਦਾ ਇਹ ਧੁੰਦਲੀ ਜਿਹੀ ਦਿਖ ਰਿਹਾ ਹੈ। ਇੱਕ ਸੁਪਨਾ ਹੈ ਉਸਦੀਆਂ ਅੱਖਾਂ ਦੇ ਵਿੱਚ, ਇੱਕ ਧੁੰਦਲਾ ਜਿਹਾ। ਐਡਮਿਸਟ ਦਾ ਡਸਟ ਆਫ ਸਟਰੀਟਸ। ਇੱਕ ਧੁੰਦਲੀਆਂ ਗਲੀਆਂ ਦੇ ਵਿੱਚ, ਧੂੜ ਭਰੀਆਂ ਗਲੀਆਂ ਦੇ ਵਿੱਚ। ਦੈਟ ਫਿਲ ਹਿਜ਼ ਟਾਊਨ, ਫਿਰੋਜ਼ਾਬਾਦ। ਜਿਸਨੇ ਕੀ ਹੈ? ਉਸਦੇ ਟਾਊਨ ਫਿਰੋਜ਼ਾਬਾਦ ਨੂੰ ਭਰਿਆ ਹੋਇਆ ਹੈ ਜਿਸ ਧੂੜ ਨੇ। ਉਸ ਧੁੰਦਲੀਆਂ ਗਲੀਆਂ ਦੇ ਵਿੱਚ ਉਹ ਕੀ ਹੈ? ਇੱਕ ਸੁਪਨਾ ਵੇਖਦਾ ਹੈ ਕਿ ਉਹ ਇੱਕ ਮੋਟਰ ਮਕੈਨਿਕ ਬਣੇਗਾ, ਜੋ ਕਿ ਇੱਕ ਅਨਰੀਅਲਿਸਟਿਕ ਜਿਹਾ ਸੁਪਨਾ ਹੈ, ਇੱਕ ਨਾ ਪੂਰਾ ਹੋਣ ਵਾਲਾ ਸੁਪਨਾ ਲੱਗ ਰਿਹਾ ਹੈ। ਫੇਮਸ ਫॉर ਇਟਸ ਬੈਂਗਲਸ। ਫਿਰੋਜ਼ਾਬਾਦ ਕਿਸ ਲਈ ਮਸ਼ਹੂਰ ਹੈ? ਆਪਣੀਆਂ ਬੈਂਗਲਸ ਦੇ ਲਈ ਮਸ਼ਹੂਰ ਹੈ। Every other family in Firozabad is engaged in making bangles. ਹਰ ਇੱਕ ਦੂਸਰਾ ਪਰਿਵਾਰ ਫਿਰੋਜ਼ਾਬਾਦ ਦੇ ਵਿੱਚ ਕੀ ਹੈ? ਬੈਂਗਲ ਮੇਕਿੰਗ ਦੇ ਵਿੱਚ ਐਂਗੇਜ ਹੈ। ਹਰ ਇੱਕ ਪਰਿਵਾਰ ਕੀ ਹੈ ਉੱਥੇ? ਬੈਂਗਲ ਮੇਕਿੰਗ ਹੀ ਕਰਦਾ ਹੈ ਜ਼ਿਆਦਾਤਰ। ਇਟ ਇਜ਼ ਦਾ ਸੈਂਟਰ ਆਫ ਇੰਡੀਆਜ਼ ਗਲਾਸ ਬਲੋਇੰਗ ਇੰਡਸਟਰੀ। ਇਹ ਕੀ ਹੈ? ਫਿਰੋਜ਼ਾਬਾਦ ਕੀ ਹੈ? ਇੱਕ ਕੇਂਦਰ ਹੈ ਭਾਰਤ ਦੇ ਗਲਾਸ ਬਲੋਇੰਗ ਇੰਡਸਟਰੀ ਦਾ। ਨਾ, ਗਲਾਸ ਬਲੋਇੰਗ ਇੰਡਸਟਰੀ ਕੀ ਹੁੰਦੀ ਹੈ? ਕੱਚ ਪਿਘਲਾਉਣ ਦੀ ਇੰਡਸਟਰੀ, ਜਿੱਥੇ ਕੀ ਹੈ? ਕੱਚ ਨੂੰ ਪਿਘਲਾਇਆ ਜਾਂਦਾ ਹੈ ਵੱਡੀਆਂ ਵੱਡੀਆਂ ਭੱਠੀਆਂ ਦੇ ਵਿੱਚ, ਅੱਗ ਦੀਆਂ ਭੱਠੀਆਂ ਦੇ ਵਿੱਚ। ਤੇ ਉਸ ਤੋਂ ਬਾਅਦ ਕੀ ਹੈ? ਕੱਚ ਨੂੰ ਅਲੱਗ-ਅਲੱਗ ਸ਼ੇਪਸ ਦਿੱਤੀਆਂ ਜਾਂਦੀਆਂ ਹਨ, ਬੈਂਗਲਸ ਬਣਾਈਆਂ ਜਾਂਦੀਆਂ ਹਨ। ਜਿਸ ਤਰ੍ਹਾਂ ਹੋਰ ਵੀ ਕੱਚ ਦੇ, ਜਿਸ ਤਰ੍ਹਾਂ ਆਪਾਂ ਅਲੱਗ-ਅਲੱਗ ਚੀਜ਼ਾਂ ਦੇਖਦੇ ਹਾਂ ਕੱਚ ਦੀਆਂ ਬਣੀਆਂ ਹੋਈਆਂ, ਕੋਈ ਫਲਾਵਰ ਬੇਸ ਦੇਖਦੇ ਹਾਂ, ਇਸ ਤਰ੍ਹਾਂ ਅਲੱਗ-ਅਲੱਗ ਬਹੁਤ ਸਾਰੀਆਂ ਚੀਜ਼ਾਂ ਕੱਚ ਦੀਆਂ ਬਣਦੀਆਂ ਹਨ। ਤੇ ਫਿਰੋਜ਼ਾਬਾਦ ਕੀ ਹੈ? ਇਸਦਾ ਇੱਕ ਕੇਂਦਰ ਹੈ ਜਿੱਥੇ ਕੱਚ ਨੂੰ ਪਿਘਲਾਉਣ ਦੀਆਂ ਭੱਠੀਆਂ ਹਨ, ਕੇਂਦਰ ਹੈ ਇੱਕ। It is the center of India's glass blowing industry where families have spent generations. ਇਹ ਥਾਂ ਕਿਹੜੀ ਹੈ? ਜਿੱਥੇ ਕਈ ਪਰਿਵਾਰਾਂ ਨੇ ਆਪਣੀਆਂ ਪੀੜ੍ਹੀਆਂ ਹੀ ਖਤਮ ਕਰ ਦਿੱਤੀਆਂ। working around furnaces, ਭੱਠੀਆਂ ਦੇ ਦੁਆਲੇ ਕੰਮ ਕਰਦੇ ਹੋਏ, ਕਿਉਂਕਿ ਗਰੀਬ ਪਰਿਵਾਰ ਜ਼ਿਆਦਾਤਰ ਇੱਥੇ ਰਹਿੰਦੇ ਹਨ। ਅਤੇ ਕੀ ਹੈ? ਭੱਠੀਆਂ ਦੇ ਦੁਆਲੇ ਕੰਮ ਕਰਦੇ ਹੋਏ ਕਈ ਪਰਿਵਾਰ, ਕਈ ਫੈਮਲੀਜ਼, ਕਈ ਪੀੜ੍ਹੀਆਂ ਹੀ ਲੱਗ ਗਈਆਂ। welding glass, ਮੇਕਿੰਗ ਬੈਂਗਲਸ ਫॉर all the women in the land it seems. ਇਸ ਤਰ੍ਹਾਂ ਲੱਗਦਾ ਹੈ ਕਿ ਇੱਥੇ ਸੰਸਾਰ ਦੀਆਂ ਸਾਰੀਆਂ ਔਰਤਾਂ ਦੇ ਲਈ ਹੀ ਜਿਵੇਂ ਚੂੜੀਆਂ ਬਣਦੀਆਂ ਹੋਣ। ਮੁਕੇਸ਼ ਫੈਮਿਲੀ ਇਜ਼ ਅਮੰਗ them. ਜੋ ਮੁਕੇਸ਼ ਦਾ ਪਰਿਵਾਰ ਹੈ ਉਹ ਵੀ ਇਹਨਾਂ ਦੇ ਵਿੱਚੋਂ ਹੀ ਇੱਕ ਹੈ। none of them that is it is illegal. none of them know. ਕੋਈ ਵੀ ਨਹੀਂ ਜਾਣਦਾ ਕਿ ਇਹ ਕੀ ਹੈ? ਇੱਕ ਇਲੀਗਲ ਕੰਮ ਹੈ। that it is illegal for children like him to work in the glass furnace. ਕਿ ਜਿਸ ਤਰ੍ਹਾਂ ਮੁਕੇਸ਼ ਹੈ, ਇਸ ਤਰ੍ਹਾਂ ਦੇ ਬੱਚਿਆਂ ਤੋਂ ਕੀ ਹੈ? ਛੋਟੇ ਬੱਚਿਆਂ ਤੋਂ ਭੱਠੀਆਂ ਦੇ ਵਿੱਚ ਕੰਮ ਕਰਵਾਉਣਾ ਇੱਕ ਇਲੀਗਲ ਕੰਮ ਹੈ।
ਵਿਦ ਹਾਈ ਟੈਂਪਰੇਚਰ, ਜਿੱਥੇ ਕੀ ਆ ਬਹੁਤ ਜ਼ਿਆਦਾ ਟੈਂਪਰੇਚਰ ਹੁੰਦਾ, ਬਹੁਤ ਜ਼ਿਆਦਾ ਅੱਗ ਹੁੰਦੀ ਆ, ਕਿਉਂਕਿ ਉੱਥੇ ਕੱਚ ਨੂੰ ਪਿਘਲਾਇਆ ਜਾਂਦਾ ਹੈ। ਇੰਨੇ ਟੈਂਪਰੇਚਰ ਵਿੱਚ ਛੋਟੇ ਬੱਚਿਆਂ ਤੋਂ ਕੰਮ ਕਰਾਉਣਾ ਇੱਕ ਇਲੀਗਲ ਕੰਮ ਹੈ। ਤੇ ਪਰ ਆਮ ਤੌਰ ਤੇ ਕੀ ਦੇਖਿਆ ਜਾਂਦਾ ਕਿ ਫਿਰੋਜ਼ਾਬਾਦ ਦੇ ਵਿੱਚ ਇਹਨਾਂ ਭੱਠੀਆਂ ਦੇ ਕੋਲ ਬਹੁਤ ਛੋਟੇ ਬੱਚੇ ਵੀ ਕੰਮ ਕਰਦੇ ਹਨ। ਇਨ ਡਿੰਗੀ ਸੈਲਜ਼, ਡਿੰਗੀ ਮੀਨਸ ਜਿੱਥੇ ਕੋਈ ਵੀ ਲਾਈਟ ਨਾ ਹੋਵੇ, ਇਸ ਤਰ੍ਹਾਂ ਦੇ ਕਮਰਿਆਂ ਦੇ ਵਿੱਚ ਇਹ ਬੱਚੇ ਬੈਠੇ ਕੰਮ ਕਰਦੇ ਹਨ। ਵਿਦਆਊਟ 에ਅਰ ਐਂਡ ਲਾਈਟ, ਜਿੱਥੇ ਬਿਲਕੁਲ ਵੀ ਹਵਾ ਨਹੀਂ ਹੁੰਦੀ, ਬਿਲਕੁਲ ਰੋਸ਼ਨੀ ਨਹੀਂ ਆਉਂਦੀ। ਦੈਟ ਦਾ ਲਾਅ ਇਫ ਐਨਫੋਰਸਡ, ਜੇਕਰ ਕਾਨੂੰਨ ਨੇ ਜੇਕਰ ਜ਼ੋਰ ਪਾਇਆ ਹੁੰਦਾ ਨਾ, could get him and all those 20,000 children out of the hot furnace, ਜੇਕਰ ਕਾਨੂੰਨ, ਆਪਣੇ ਦੇਸ਼ ਦਾ ਕਾਨੂੰਨ ਜੇਕਰ ਕੁਝ ਕਰਦਾ, ਕੁਝ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਲੈਂਦਾ ਇਹਨਾਂ ਬੱਚਿਆਂ ਨੂੰ ਇਹਨਾਂ ਭੱਠੀਆਂ ਤੋਂ ਕੱਢਣ ਦੇ ਲਈ, ਤਾਂ ਮੁਕੇਸ਼ ਨੂੰ ਅਤੇ ਉਸ ਵਰਗੇ 20,000 ਹੋਰ ਬੱਚਿਆਂ ਨੂੰ ਇਹਨਾਂ ਗਰਮ ਭੱਠੀਆਂ ਵਿੱਚੋਂ ਕੱਢਿਆ ਜਾ ਸਕਦਾ ਸੀ। ਵੇਅਰ ਦੇ ਸਲੌਗ ਦੇਅਰ ਡੇ ਲਾਈਟ ਆਵਰਸ, ਜਿੱਥੇ ਕੀ ਆ ਆਪਣੇ ਇਹ ਸਾਰੇ ਦਿਨ ਦਾ ਸਮਾਂ, ਦਿਨ ਦੇ ਜੋ ਘੰਟੇ ਹੁੰਦੇ ਹਨ, ਇੱਥੇ ਹੀ ਖਤਮ ਕਰ ਲੈਂਦੇ ਹਨ। ਆਫਨ ਲੌਜ਼ਿੰਗ ਦੇਅਰ ਬ੍ਰਾਈਟਨੈਸ ਆਫ ਦੇਅਰ ਆਈਜ਼, ਤੇ ਅਕਸਰ ਕੀ ਆ ਇਹਨਾਂ ਦੇ ਜੋ ਅੱਖਾਂ ਦੀ ਰੋਸ਼ਨੀ ਹੈ, ਬ੍ਰਾਈਟਨੈਸ ਹੈ ਅੱਖਾਂ ਦੀ, ਇਹ ਗਵਾ ਦਿੰਦੇ ਹਨ। ਕਿਉਂਕਿ ਜਦੋਂ ਇਹ ਭੱਠੀਆਂ ਦੇ ਦੁਆਲੇ ਕੰਮ ਕਰਦੇ ਹਨ ਨਾ, ਤਾਂ ਸਾਰਾ ਸਾਰਾ ਦਿਨ ਬੈਠੇ ਇੱਥੇ ਅੰਧੇਰੇ ਕਮਰਿਆਂ ਦੇ ਵਿੱਚ ਕੀ ਆ ਕੰਮ ਕਰਦੇ ਰਹਿੰਦੇ ਹਨ। ਅਤੇ ਜੋ ਕੱਚ ਜੋ ਇਹ ਕੀ ਕਰਦੇ ਹਨ, ਪਾਲਿਸ਼ ਕਰਦੇ ਹਨ, ਵੈਲਡਿੰਗ ਕਰਦੇ ਹਨ, ਤਾਂ ਇਹ ਜੋ ਕੱਚ ਦੀ ਧੂੜ ਹੁੰਦੀ ਹੈ ਇਹਨਾਂ ਦੀਆਂ ਅੱਖਾਂ ਵਿੱਚ ਜਾਂਦੀ ਰਹਿੰਦੀ ਹੈ ਲਗਾਤਾਰ। ਤੇ ਇੱਥੇ ਕੀ ਹੈ, ਇਹ ਹਨੇਰੇ ਥਾਵਾਂ ਉੱਤੇ ਕੰਮ ਕਰਦੇ ਹੋਏ ਆਪਣੀਆਂ ਅੱਖਾਂ ਦੀ ਰੋਸ਼ਨੀ ਜਲਦੀ ਹੀ ਗਵਾ ਦਿੰਦੇ ਹਨ। ਮੁਕੇਸ਼ ਆਈਜ਼ ਬੀਮ ਐਜ਼ ਹੀ ਵਲੰਟੀਅਰਸ ਟੂ ਟੇਕ ਮੀ ਹੋਮ। ਹੁਣ ਅਨੀਸ ਜੰਗ ਕੀ ਕਹਿ ਰਹੇ ਹਨ, ਜੋ ਮੁਕੇਸ਼ ਦੀਆਂ ਅੱਖਾਂ ਹਨ ਉਹ ਕੀ ਹੈ, ਮੇਰੇ ਉੱਪਰ ਟਿਕੀਆਂ ਹੋਈਆਂ ਸਨ। ਜਿਵੇਂ ਕੀ ਹੈ, ਹੀ ਵਲੰਟਰੀਜ਼ ਟੂ ਟੇਕ ਮੀ ਹੋਮ, ਜਿਵੇਂ ਉਹ ਮੈਨੂੰ ਆਪਣੇ ਘਰ ਲੈ ਜਾਣਾ ਚਾਹੁੰਦਾ ਹੋਵੇ। ਵਿਚ ਹੀ ਪ੍ਰਾਊਡਲੀ ਸੇਜ਼ ਇਜ਼ ਬੀਇੰਗ ਰੀਬਿਲਟ, ਜਿਹੜਾ ਕੀ ਹੈ ਉਹ ਬੜੇ ਮਾਣ ਨਾਲ ਕਹਿੰਦਾ ਹੈ ਕਿ ਹੁਣੇ ਹੀ ਦੁਬਾਰੇ ਬਣਾਇਆ ਗਿਆ ਹੈ। ਹੀ ਵਾਕ ਡਾਊਨ ਸਟਿੰਕਿੰਗ ਲੇਨਸ, ਉਹ ਕੀ ਹੈ, ਅਨੀਸ ਜੰਗ ਨੂੰ ਕੀ ਹੈ, ਬਦਬੂਦਾਰ ਗਲੀਆਂ ਦੇ ਵਿੱਚੋਂ ਦੀ ਲੈ ਕੇ ਜਾਂਦਾ ਹੈ। ਚੌਕਡ ਵਿਦ ਗਾਰਬੇਜ, ਜੋ ਕੀ ਹੈ ਚੌਕਡ ਹੁੰਦਾ ਬਿਲਕੁਲ ਬਲੌਕ, ਗਲੀਆਂ ਕਿਹੋ ਜਿਹੀਆਂ ਹਨ ਜੋ ਕਿ ਬਿਲਕੁਲ ਗਾਰਬੇਜ ਦੇ ਨਾਲ, ਕੂੜੇ ਕਚਰੇ ਦੇ ਨਾਲ ਬਲੌਕ ਹੋਈਆਂ ਵੀ ਹਨ। ਪਾਸਟ ਹੋਮਸ ਦੈਟ ਰਿਮੇਨਸ ਹਾਲਸ, ਉਹ ਕਿਹੋ ਜਿਹੇ ਘਰਾਂ ਦੇ ਕੋਲ ਦੀ ਗੁਜ਼ਰ ਕੇ ਜਾਂਦੇ ਹਨ ਜੋ ਕੀ ਹੈ ਬਿਲਕੁਲ ਹਾਲਸ ਕੀ ਹੁੰਦਾ, ਖੋਖਲਾਪਣ ਜਿਨ੍ਹਾਂ ਵਿੱਚੋਂ ਦਿਸਦਾ ਹੈ। ਵਿਦ ਕਰੰਬਲਿੰਗ ਵਾਲਸ, ਲੜਖੜਾਉਂਦੀਆਂ ਹੋਈਆਂ ਕੰਧਾਂ ਹਨ ਘਰਾਂ ਦੀਆਂ। ਵੋਬਲੀ ਡੋਰਸ, ਬਿਲਕੁਲ ਕੀ ਹਨ, ਕਮਜ਼ੋਰ ਦਰਵਾਜ਼ੇ ਹਨ। ਵੋਬਲੀ ਡੋਰਸ, ਨੋ ਵਿੰਡੋਜ਼, ਕੋਈ ਖਿੜਕੀਆਂ ਨਹੀਂ ਹਨ। ਕਰਾਊਡਡ ਵਿਦ ਫੈਮਲੀਜ਼ ਆਫ ਹਿਊਮਨਸ ਐਂਡ ਐਨੀਮਲਸ, ਅਤੇ ਉਹ ਘਰ ਕਿਹੋ ਜਿਹੇ ਹਨ, ਬਿਲਕੁਲ ਉੱਥੇ ਭੀੜ ਹੈ, ਕਰਾਊਡਡ ਹਨ ਉਹ, ਹਿਊਮਨਸ ਦੇ ਫੈਮਲੀਜ਼ ਵੀ ਰਹਿ ਰਹੀਆਂ ਹਨ ਅਤੇ ਐਨੀਮਲਸ ਵੀ ਰਹਿ ਰਹੇ ਹਨ। ਦੇਖੋ ਜਿਵੇਂ ਉਹ ਗੰਦੇ ਇਲਾਕੇ ਹਨ, ਉੱਥੇ ਮੱਖੀਆਂ, ਮੱਛਰ ਤੇ ਰੈਟਸ ਵਗੈਰਾ ਉੱਥੇ ਇਕੱਠੇ ਹੀ ਰਹਿ ਰਹੇ ਹਨ, ਤੇ ਉਹਨਾਂ ਦੇ ਵਿੱਚ ਹੀ ਇਹ ਗਰੀਬ ਪਰਿਵਾਰ ਰਹਿ ਰਹੇ ਹਨ। ਇਨ ਅ ਪ੍ਰੀਮੀਅਰ ਸਟੇਟ, ਇੱਕ ਬਹੁਤ ਹੀ ਗੰਦੀ ਹਾਲਤ ਵਿੱਚ ਇਹ ਸਭ ਰਹਿ ਰਹੇ ਹਨ। ਹੀ ਸਟਾਪਸ ਐਟ ਦਾ ਡੋਰ ਆਫ ਵਨ ਸੱਚ ਹਾਊਸ, ਤੇ ਜੋ ਮੁਕੇਸ਼ ਹੈ ਇਸ ਤਰ੍ਹਾਂ ਦੇ ਹੀ ਇੱਕ ਘਰ ਦੇ ਦਰਵਾਜ਼ੇ ਉੱਤੇ ਜਾ ਕੇ ਰੁਕ ਜਾਂਦਾ ਹੈ। ਬੈਂਗਸ ਅ ਵੋਬਲੀ ਆਇਰਨ ਡੋਰ ਵਿਦ ਹਿਸ ਫੁੱਟ, ਅਤੇ ਆਪਣੇ ਉਸ ਦਰਵਾਜ਼ੇ ਨੂੰ ਕੀ ਕਰਦਾ ਹੈ, ਆਪਣੇ ਪੈਰ ਦੇ ਨਾਲ, ਇੱਕ ਆਇਰਨ ਡੋਰ ਹੁੰਦਾ ਹੈ, ਉਹ ਇੱਕ ਲੜਖੜਾਉਂਦਾ ਹੋਇਆ ਆਇਰਨ ਡੋਰ ਹੈ, ਤੇ ਆਪਣੇ ਪੈਰ ਦੇ ਨਾਲ ਉਹ ਕੀ ਹੈ, ਉਸ ਦਰਵਾਜ਼ੇ ਨੂੰ ਖੋਲਦਾ ਹੈ। ਐਂਡ ਪੁਸ਼ਸ ਇਟ ਓਪਨ, ਅਤੇ ਇਸ ਨੂੰ ਖੋਲ ਲੈਂਦਾ ਹੈ। ਹੀ ਐਂਟਰ ਅ ਹਾਫ ਬਿਲਟ ਸ਼ੈਕ, ਉਹ ਕੀ ਹੈ, ਇੱਕ ਅੱਧੀ ਬਣੀ ਹੋਈ ਇੱਕ ਝੌਂਪੜੀ ਦੇ ਵਿੱਚ ਦਾਖਲ ਹੁੰਦੇ ਹਨ। ਹੁਣ ਦੇਖੋ ਉਸਨੇ ਕੀ ਕਿਹਾ ਸੀ ਕਿ ਅਸੀਂ ਘਰ ਨਵਾਂ ਬਣਾਇਆ ਹੈ, ਪਰ ਇੱਥੇ ਕੀ ਆ ਕੇ ਵੇਖਦੀ ਹੈ, ਜੋ ਰਾਈਟਰ ਅਨੀਸ ਜੰਗ ਹੈ, ਕੀ ਵੇਖਦੇ ਆ ਕਿ ਉਹ ਇੱਕ ਅੱਧੀ ਬਣੀ ਹੋਈ ਝੌਂਪੜੀ ਹੈ, ਉਹ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਬਣੀ ਹੋਈ। ਇਨ ਵਨ ਪਾਰਟ ਆਫ ਇਟ ਥੈਚਡ ਵਿਦ ਡੈਡ ਗ੍ਰਾਸ ਇਜ਼ ਅ ਫਾਇਰਵੁੱਡ ਸਟੋਵ। ਹੁਣ ਵੇਖੋ ਉਸ ਝੌਂਪੜੀ ਦੇ ਇੱਕ ਸਾਈਡ ਉੱਪਰ ਕੀ ਬਣਿਆ ਹੋਇਆ ਹੈ, ਇੱਕ ਫਾਇਰਵੁੱਡ ਸਟੋਵ ਬਣਿਆ ਹੋਇਆ ਹੈ। ਫਾਇਰਵੁੱਡ ਸਟੋਵ ਆਪਾਂ ਕੀ ਕਵਾਂਗੇ, ਇੱਕ ਚੁੱਲ੍ਹਾ ਬਣਿਆ ਹੋਇਆ ਹੈ ਉਸ ਝੌਂਪੜੀ ਦੇ ਵਿੱਚ ਇੱਕ ਸਾਈਡ ਉੱਤੇ। ਓਵਰ ਵਿਚ ਸਿਟਸ ਅ ਲਾਰਜ ਵੈਸਲ ਆਫ ਸਿਜ਼ਲਿੰਗ ਸਪਾਈਨਸ ਲੀਵਸ। ਹੁਣ ਇਹ ਜੋ ਕੀ ਆਪਾਂ ਥੋੜਾ ਜਿਹਾ ਪਿੱਛੋਂ ਪੜ੍ਹਦੇ ਹਾਂ। ਇਨ ਵਨ ਪਾਰਟ ਆਫ ਇਟ ਥੈਚਡ ਵਿਦ ਡੈਡ ਗ੍ਰਾਸ ਇਜ਼ ਅ ਫਾਇਰਵੁੱਡ ਸਟੋਵ। ਇੱਕ ਜੋ ਚੁੱਲ੍ਹਾ ਬਣਿਆ ਹੋਇਆ ਹੈ ਨਾ, ਉਹ ਕਿਸ ਚੀਜ਼ ਨਾਲ ਭਰਿਆ ਹੋਇਆ ਹੈ, ਡੈਡ ਗ੍ਰਾਸ ਦੇ ਨਾਲ। ਸੁੱਕੀ ਘਾਹ ਵਗੈਰਾ ਉਸ ਦੇ ਵਿੱਚ ਲਗਾਈ ਹੋਈ ਹੈ ਅੱਗ ਬਾਲਣ ਦੇ ਲਈ। ਅਤੇ ਉਸ ਚੁੱਲ੍ਹੇ ਦੇ ਉੱਪਰ ਕੀ ਰੱਖਿਆ ਹੋਇਆ ਹੈ, ਸਿਜ਼ਲਿੰਗ ਸਪਾਈਨਸ ਲੀਵਸ। ਸਿਜ਼ਲਿੰਗ ਕੀ ਹੁੰਦਾ, ਹੌਟ, ਗਰਮ। ਸਪਾਈਨਸ ਪਾਲਕ ਨੂੰ ਕਹਿੰਦੇ ਆ, ਤੇ ਪਾਲਕ ਦੇ ਪੱਤੇ ਉਸ ਇੱਕ ਬਰਤਨ ਦੇ ਵਿੱਚ, ਇੱਕ ਲਾਰਜ ਵੈਸਲ ਦੇ ਵਿੱਚ ਪਾ ਕੇ ਉੱਪਰ ਰੱਖੇ ਹੋਏ ਹਨ। ਕੋਈ ਸਬਜ਼ੀ ਵਗੈਰਾ ਪਾਲਕ ਦੀ ਬਣ ਰਹੀ ਹੈ।
ਔਨ ਦਾ ਗਰਾਊਂਡ ਇਨ ਅ ਲਾਰਜ ਐਲੂਮੀਨੀਅਮ ਪਲੈਟਰ, ਅਤੇ ਗਰਾਊਂਡ ਉੱਤੇ ਕੀ ਹੈ, ਧਰਤੀ ਉੱਤੇ ਕੀ ਪਿਆ ਹੈ, ਇੱਕ ਵੱਡਾ ਐਲੂਮੀਨੀਅਮ ਦਾ ਬਰਤਨ ਪਿਆ ਹੋਇਆ ਹੈ। ਆਰ ਮੋਰ ਚੌਪਡ ਵੈਜੀਟੇਬਲ, ਉਸ ਵਿੱਚ ਹੋਰ ਕੱਟੀਆਂ ਹੋਈਆਂ ਸਬਜ਼ੀਆਂ ਪਈਆਂ ਹਨ। ਅ ਫ੍ਰੇਲ ਯੰਗ ਵੂਮਨ ਇਜ਼ ਕੁਕਿੰਗ ਦਾ ਇਵਨਿੰਗ ਮੀਲ ਫॉर ਦਾ ਹੋਲ ਫੈਮਿਲੀ, ਇੱਕ ਕਮਜ਼ੋਰ ਜਿਹੀ ਪਤਲੀ ਜਿਹੀ ਔਰਤ, ਇੱਕ ਯੰਗ ਵੂਮਨ ਹੈ, ਇਹ ਕੀ ਕਰ ਰਹੀ ਹੈ, ਭੋਜਨ ਬਣਾ ਰਹੀ ਹੈ ਸਾਰੇ ਪਰਿਵਾਰ ਦੇ ਲਈ। ਥਰੂ ਆਈਜ਼ ਫਿਲਡ ਵਿਦ ਸਮੋਕ ਸ਼ੀ ਸਮਾਈਲਸ, ਅਤੇ ਉਹ ਕੀ ਹੈ, ਜਦ ਅਨੀਸ ਜੰਗ ਨੂੰ ਵੇਖਦੀ ਹੈ, ਮੁਕੇਸ਼ ਦੇ ਨਾਲ ਅਨੀਸ ਜੰਗ ਆਈ ਹੈ ਘਰੇ, ਤੇ ਉਹ ਕੀ ਹੈ, ਆਪਣੀਆਂ ਧੂਏ ਨਾਲ ਭਰੀਆਂ ਹੋਈਆਂ ਅੱਖਾਂ ਦੇ ਵਿੱਚੋਂ ਨਾ ਇੱਕ ਸਮਾਈਲ ਜਿਹੀ ਦਿੰਦੀ ਹੈ। ਸ਼ੀ ਇਜ਼ ਦਾ ਵਾਈਫ ਆਫ ਮੁਕੇਸ਼, ਮੁਕੇਸ਼ ਐਲਡਰ ਬ੍ਰਦਰ, ਉਹ ਕੀ ਹੈ, ਮੁਕੇਸ਼ ਦੇ ਵੱਡੇ ਭਰਾ ਦੀ ਪਤਨੀ ਹੈ। ਕਲੀਅਰ, ਨਾਟ ਮਚ 올ਡਰ ਇਨ ਈਅਰਸ, ਅਤੇ ਉਮਰ ਦੇ ਵਿੱਚ ਕੀ ਹੈ, ਉਹ ਜ਼ਿਆਦਾ ਵੱਡੀ ਨਹੀਂ ਹੈ। ਸ਼ੀ ਹੈਜ਼ ਬਿਗਨ ਦਾ ਕਮਾਂਡ ਰਿਸਪੈਕਟ ਐਜ਼ ਦਾ ਬਹੂ, ਅਤੇ ਉਸਨੇ ਕੀ ਹੈ, ਇੱਕ ਬਹੂ ਦਾ ਇੱਕ ਕਮਾਂਡ, ਇੱਕ ਰਿਸਪੈਕਟ ਲੈਣੀ ਸ਼ੁਰੂ ਕਰ ਦਿੱਤੀ ਹੈ ਪਰਿਵਾਰ ਦੇ ਵਿੱਚ, ਕਿਉਂਕਿ ਉਹ ਇਸ ਪਰਿਵਾਰ ਦੀ ਹੁਣ ਬਹੂ ਹੈ ਅਤੇ ਮੁਕੇਸ਼ ਦੇ ਵੱਡੇ ਭਰਾ ਦੀ ਉਹ ਪਤਨੀ ਹੈ। ਦਾ ਡਾਟਰ ਇਨ ਲਾ ਆਫ ਦਾ ਹਾਊਸ ਆਲਰੇਡੀ ਇਨ ਚਾਰਜ ਆਫ 3 men, ਅਤੇ ਇਹ 3 ਵਿਅਕਤੀਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਇਸ ਦੀ ਹੀ ਹੈ, ਜਿਵੇਂ ਕਿ ਮੁਕੇਸ਼, ਮੁਕੇਸ਼ ਦੇ ਵੱਡਾ ਬ੍ਰਦਰ ਹੈ ਜੋ, ਅਤੇ ਮੁਕੇਸ਼ ਦੇ ਫਾਦਰ, ਇਹਨਾਂ ਸਾਰਿਆਂ ਦੀ ਦੇਖਭਾਲ ਕੌਣ ਕਰਦੀ ਹੈ, ਇਹ ਜੋ ਮੁਕੇਸ਼ ਦੇ ਵੱਡੇ ਭਰਾ ਦੀ ਪਤਨੀ ਹੈ ਇਹੀ ਕਰਦੀ ਹੈ। ਹਰ ਹਸਬੈਂਡ ਮੁਕੇਸ਼ ਐਂਡ ਦੇਅਰ ਫਾਦਰ, ਵੈਨ ਦਾ 올ਡਰ ਮੈਨ ਐਂਟਰਸ, ਹੁਣ ਕਿਸ ਦੀ ਗੱਲ ਹੋ ਰਹੀ ਹੈ, 올ਡਰ ਮੈਨ ਮੁਕੇਸ਼ ਦੇ ਪਿਤਾ ਦੀ। ਫਿਰ ਜਦ ਮੁਕੇਸ਼ ਦੇ ਪਿਤਾ ਅੰਦਰ ਆਉਂਦੇ ਹਨ ਘਰ, ਸ਼ੀ ਜੈਂਟਲੀ ਵਿਥਡਰਾਜ਼ ਬਿਹਾਈਂਡ ਦਾ ਬ੍ਰੋਕਨ ਵਾਲ, ਉਹ ਕੀ ਹੈ, ਹਲਕੇ ਕੀ ਹੈ, ਹੌਲੀ ਕਿ ਦਿਨੇ ਆਪਾਂ ਕਵਾਂਗੇ ਕੀ ਹੈ, ਇੱਕ ਬ੍ਰੋਕਨ ਵਾਲ ਦੇ ਪਿੱਛੇ ਚਲੀ ਜਾਂਦੀ ਹੈ। ਐਂਡ ਬਿਗਿਨਸ ਹਰ ਵੀਲ ਕਲੋਜ਼ਰ ਟੂ ਹਰ ਫੇਸ, ਅਤੇ ਆਪਣਾ ਜੋ ਘੁੰਡ, ਵੀਲ ਕਿਸ ਨੂੰ ਕਹਿੰਦੇ ਹਨ, ਘੁੰਡ ਨੂੰ ਕਹਿੰਦੇ ਹਨ। ਜ਼ਿਆਦਾਤਰ ਪੇਂਡੂ ਇਲਾਕਿਆਂ ਦੇ ਵਿੱਚ ਜੋ ਔਰਤਾਂ ਹਨ ਉਹ ਕੀ ਹੈ, ਘੁੰਡ ਕੱਢ ਕੇ ਰੱਖਦੀਆਂ ਹਨ। ਇਸ ਨੂੰ ਕੀ ਹੈ, ਐਂਡ ਬ੍ਰਿੰਗਸ ਹਰ ਵੀਲ ਕਲੋਜ਼ਰ ਟੂ ਹਰ ਫੇਸ, ਅਤੇ ਆਪਣੇ ਚਿਹਰੇ ਦੇ ਬਿਲਕੁਲ ਕਲੋਜ਼ ਨੇੜੇ ਆਪਣਾ ਘੁੰਡ ਉਹ ਕੱਢ ਲੈਂਦੀ ਹੈ। ਐਜ਼ ਕਸਟਮ ਡਿਮਾਂਡਸ, ਜਿਵੇਂ ਕਿ ਉਹਨਾਂ ਦਾ ਰਿਵਾਜ ਹੈ, ਇਹ ਮੰਗ ਕਰਦਾ ਹੈ। ਡਾਟਰ ਇਨ ਲਾਜ਼ ਮਸਟ ਵੀਲ ਦੇਅਰ ਫੇਸਸ ਬਿਫੋਰ ਮੇਲ ਐਲਡਰਸ, ਜੋ ਕਿ ਡਾਟਰ ਇਨ ਲਾਜ਼ ਹੁੰਦੀਆਂ ਹਨ, ਘਰ ਦੀਆਂ ਬਹੂਆਂ ਹੁੰਦੀਆਂ ਹਨ, ਉਹਨਾਂ ਨੇ ਜ਼ਰੂਰ ਘੁੰਡ ਕੱਢਣਾ ਹੁੰਦਾ ਹੈ ਮੇਲ ਐਲਡਰਸ ਦੇ ਸਾਹਮਣੇ। ਇਨ ਦਿਸ ਕੇਸ ਦਿਸ ਐਲਡਰ ਇਜ਼ ਐਨ ਇੰਪੋਵਰਿਸ਼ਡ ਬੈਂਗਲ ਮੇਕਰ, ਤੇ ਇਸ ਸਥਿਤੀ ਵਿੱਚ ਇਹ ਕੌਣ ਹੈ ਜੋ ਵਿਅਕਤੀ ਆਇਆ ਹੋਇਆ ਹੈ, ਐਲਡਰ ਵਿਅਕਤੀ, ਜੋ ਵੱਡੀ ਉਮਰ ਦਾ ਵਿਅਕਤੀ ਘਰ ਆਇਆ ਹੈ, ਇਹ ਇੱਕ ਇੰਪੋਵਰਿਸ਼ਡ, ਇੱਕ ਗਰੀਬ ਬੈਂਗਲ ਮੇਕਰ ਹੈ, ਚੂੜੀਆਂ ਬਣਾਉਣ ਵਾਲਾ ਹੈ। ਡਿਸਪਾਈਟ ਲੌਂਗ ਈਅਰਸ ਆਫ ਹਾਰਡ ਲੇਬਰ, ਬਹੁਤ ਜ਼ਿਆਦਾ ਸਾਰੀ ਲੰਮੇ ਸਾਲਾਂ ਦੀ ਹਾਰਡ ਲੇਬਰ ਤੋਂ ਬਾਅਦ ਵੀ, ਫਸਟ ਐਜ਼ ਅ ਟੇਲਰ, ਪਹਿਲਾਂ ਇੱਕ ਟੇਲਰ ਦੇ ਤੌਰ ਤੇ ਕੰਮ ਕੀਤਾ, ਮੁਕੇਸ਼ ਦੇ ਪਿਤਾ ਦੀ ਗੱਲ ਹੋ ਰਹੀ ਹੈ ਇਹ। ਦੈਨ ਅ ਬੈਂਗਲ ਮੇਕਰ, ਫਿਰ ਇੱਕ ਬੈਂਗਲ ਮੇਕਰ ਦੇ ਤੌਰ ਤੇ ਵੀ ਉਹਨਾਂ ਨੇ ਕੰਮ ਕੀਤਾ। ਹੀ ਹੈਜ਼ ਫੇਲਡ ਟੂ ਰੈਨੋਵੇਟ ਅ ਹਾਊਸ, ਉਹ ਕੀ ਹੈ, ਅਸਫਲ ਰਹੇ ਹਨ ਆਪਣੇ ਘਰ ਦੀ ਮੁਰੰਮਤ ਵਗੈਰਾ ਕਰਾਉਣ ਵਿੱਚ, ਇੱਕ ਚੰਗਾ ਘਰ ਬਣਾਉਣ ਦੇ ਵਿੱਚ ਵੀ ਉਹ ਅਸਫਲ ਰਹੇ ਹਨ। ਸੈਂਡ ਹਿਜ਼ 2 sons ਟੂ ਸਕੂਲ, ਆਪਣੇ 2 ਪੁੱਤਰਾਂ ਨੂੰ ਉਹ ਸਕੂਲ ਵੀ ਨਹੀਂ ਭੇਜ ਸਕੇ। all he has managed to do is teach them what he knows, ਜਿੰਨਾ ਕੁ ਉਹ ਮੈਨੇਜ ਕਰ ਸਕੇ ਬਸ ਇਹੀ ਕਰ ਸਕੇ ਕਿ ਆਪਣੇ ਬੱਚਿਆਂ ਨੂੰ ਉਹ ਸਿਖਾ ਸਕੇ ਜੋ ਉਹ ਜਾਣਦੇ ਸਨ। the art of making bangle, ਚੂੜੀਆਂ ਬਣਾਉਣ ਦੀ ਕਲਾ। it is his karma, ਇਹ ਕੀ ਹੈ, ਇਸ ਦੇ ਕਰਮ ਹੀ ਹਨ। his destiny, ਇਸ ਦੀ ਕਿਸਮਤ। ਸੇ ਮੁਕੇਸ਼ ਗ੍ਰੈਂਡ ਮਦਰ, ਇਹ ਗੱਲ ਕੌਣ ਕਹਿੰਦੀ ਹੈ, ਮੁਕੇਸ਼ ਦੀ ਜੋ ਗ੍ਰੈਂਡ ਮਦਰ ਹੈ, ਮੁਕੇਸ਼ ਦੀ ਦਾਦੀ ਹੈ, ਜੋ ਉਹ ਵੀ ਕੋਲ ਹੀ ਸਨ, ਉਹ ਕੀ ਕਹਿੰਦੇ ਹਨ, ਇਹ ਇਸ ਦੇ ਕਰਮ ਹੀ ਹਨ। ਮੁਕੇਸ਼ ਦੇ ਪਿਤਾ ਦੀ ਗੱਲ ਹੋ ਰਹੀ ਹੈ ਕਿ ਇਹ ਇਸ ਦੇ ਕਰਮ ਹੀ ਹਨ, ਇਸ ਦੀ ਕਿਸਮਤ ਹੈ। who has watched her own husband go blind with the dust from polishing the glass of bangles, ਹੁਣ ਜੋ ਮੁਕੇਸ਼ ਦੀ ਦਾਦੀ ਜੀ ਹਨ ਨਾ, ਇਹਨਾਂ ਨੇ ਦੇਖਿਆ ਸੀ ਆਪਣੇ ਪਤੀ ਨੂੰ, ਯਾਨੀ ਕਿ ਮੁਕੇਸ਼ ਦੇ ਦਾਦਾ ਜੀ ਨੂੰ ਪਾਲਿਸ਼ਿੰਗ ਕਰਦੇ ਹੋਏ, ਗਲਾਸ ਪਾਲਿਸ਼ਿੰਗ ਕਰਦੇ ਹੋਏ, ਗਲਾਸ ਆਫ ਬੈਂਗਲਸ, ਜੋ ਕੱਚ, ਚੂੜੀਆਂ ਦੇ ਕੱਚ ਨੂੰ ਪਾਲਿਸ਼ ਕਰਦੇ ਹੋਏ, ਤੇ ਉਹਨਾਂ ਦੀ ਜੋ ਧੂੜ ਸੀ ਉਹਨਾਂ ਦੀਆਂ ਅੱਖਾਂ ਵਿੱਚ ਗਈ, ਅਤੇ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਮੁਕੇਸ਼ ਦੀ ਦਾਦੀ ਜੀ ਨੇ ਆਪਦੇ ਪਤੀ ਨੂੰ ਅੰਨੇ ਹੁੰਦੇ ਹੋਏ ਵੇਖਿਆ ਸੀ। ਕੈਨ ਆ ਗੋਡ ਗਿਵਨ ਲਾਈਨੇਜ ਐਵਰ ਬੀ ਬ੍ਰੋਕਨ, ਤੇ ਉਹ ਕੀ ਗੱਲ ਕਹਿੰਦੇ ਹਨ, ਮੁਕੇਸ਼ ਦੇ ਦਾਦੀ ਜੀ ਇੱਕ ਹੋਰ ਗੱਲ ਕਹਿੰਦੇ ਹਨ ਕਿ ਕੀ ਰੱਬ ਦੀ ਲਿਖੀ ਨੂੰ ਕੋਈ ਤੋੜ ਸਕਦਾ ਹੈ, ਇਹ ਵੀ ਗੱਲ ਕਹਿੰਦੇ ਹਨ ਉਹ। ਸ਼ੀ ਇੰਪਲਾਈਜ਼ ਬੋਰਨ ਇਨ ਅ ਕਾਸਟ ਆਫ ਬੈਂਗਲ ਮੇਕਰ, ਉਹ ਕੀ ਹੈ, ਇਹ ਗੱਲ ਉਹ ਕਹਿੰਦੇ ਹਨ, ਬੋਰਨ ਇਨ ਦਾ ਕਾਸਟ ਆਫ ਬੈਂਗਲ ਮੇਕਰਸ,
ਇੱਕ ਕਾਸਟ ਵਿੱਚ, ਇੱਕ ਇਹੋ ਜਿਹੀ ਜਾਤੀ ਵਿੱਚ, ਬੈਂਗਲ ਮੇਕਰਸ ਦੀ ਇੱਕ ਕਾਸਟ ਵਿੱਚ ਜਨਮ ਲੈ ਕੇ ਦੇ ਹੈਵ ਸੀਨ ਨਥਿੰਗ, ਉਹਨਾਂ ਨੇ ਕੁਝ ਵੀ ਨਹੀਂ ਵੇਖਿਆ ਹੈ ਉੱਥੇ, ਬਟ ਬੈਂਗਲਸ ਇਨ ਦਾ ਹਾਊਸ, ਚੂੜੀਆਂ ਹੀ ਵੇਖੀਆਂ ਹਨ। ਕਿੱਥੇ ਵੇਖੀਆਂ ਹਨ ਚੂੜੀਆਂ? ਘਰ ਦੇ ਵਿੱਚ, ਇਨ ਦਾ ਯਾਰਡ, ਵਿਹੜੇ ਵਿੱਚ, ਇਨ ਐਵਰੀ ਅਦਰ ਹਾਊਸ, ਐਵਰੀ ਅਦਰ ਯਾਰਡ, ਹਰ ਇੱਕ ਦੂਸਰੇ ਘਰ ਵਿੱਚ, ਹਰ ਇੱਕ ਹੋਰ ਦੂਸਰੇ ਵਿਹੜੇ ਵਿੱਚ, ਐਵਰੀ ਸਟਰੀਟ ਇਨ ਫਿਰੋਜ਼ਾਬਾਦ, ਫਿਰੋਜ਼ਾਬਾਦ ਦੀ ਹਰ ਇੱਕ ਗਲੀ ਵਿੱਚ ਉਹਨਾਂ ਨੇ ਚੂੜੀਆਂ ਹੀ ਵੇਖੀਆਂ ਹਨ। ਸਪਾਇਰਲਸ ਆਫ ਬੈਂਗਲਸ, ਸਪਾਇਰਲਸ ਕੀ ਹੁੰਦੇ ਆ? ਜਿਸ ਤਰ੍ਹਾਂ ਇੱਕ ਚੂੜੀਆਂ ਜੁੜੀਆਂ ਵੀ ਆ ਹੁਣ, ਇੱਕ ਗੁੱਛਾ ਜਿਹਾ ਹੁੰਦਾ ਚੂੜੀਆਂ ਦਾ, ਉਹਨਾਂ ਨੂੰ ਸਪਾਇਰਲ ਕਿਹਾ ਜਾਂਦਾ ਹੈ। ਸਪਾਇਰਲਸ ਆਫ ਬੈਂਗਲਸ, ਸਨੀ ਗੋਲਡ, ਪੈਡੀ ਗ੍ਰੀਨ, ਰਾਇਲ ਬਲੂ, ਪਿੰਕ, ਪਰਪਲ, ਐਵਰੀ ਕਲਰ ਬੋਰਨ ਆਊਟ ਆਫ ਦਾ 7 ਕਲਰਸ ਆਫ ਦਾ ਰੇਨਬੋ। ਹੁਣ ਇੱਥੇ ਰੰਗ ਦੱਸੇ ਗਏ ਹਨ ਅਲੱਗ-ਅਲੱਗ ਚੂੜੀਆਂ ਦੇ, ਕਿ ਇੰਨੇ ਰੰਗਾਂ ਦੀਆਂ ਚੂੜੀਆਂ ਦੇ ਢੇਰ ਹੀ ਪਏ ਹੁੰਦੇ ਹਨ ਉੱਥੇ। ਤੇ ਜਿੰਨੇ ਵੀ ਆਪਾਂ ਰੰਗ ਕੀ ਹੈ, ਇੱਕ ਰੇਨਬੋ ਵਿੱਚ, ਇੱਕ ਸਤਰੰਗੀ ਪਿੰਗ ਵਿੱਚ ਦੇਖ ਸਕਦੇ ਆ ਨਾ, ਉੱਥੇ ਹਰ ਇੱਕ ਰੰਗ ਦੀਆਂ ਚੂੜੀਆਂ ਮਿਲਦੀਆਂ ਹਨ। ਲਾਈ ਇਨ ਮਾਊਂਡਸ ਇਨ ਅਨਕੈਂਪਡ ਯਾਰਡ, ਢੇਰਾਂ ਦੇ ਰੂਪ ਵਿੱਚ ਪਈਆਂ ਹੁੰਦੀਆਂ ਹਨ। ਅਨਕੈਂਪਡ ਯਾਰਡ ਕੀ ਹੈ? ਇੱਕ ਬਿਨਾਂ ਢਕੇ ਹੋਏ ਵਿਹੜੇ ਦੇ ਵਿੱਚ, ਖੁੱਲੇ ਵਿਹੜੇ ਦੇ ਵਿੱਚ, ਆਸਮਾਨ ਦੇ ਥੱਲੇ ਕੀ ਹੈ? ਢੇਰਾਂ ਦੇ ਢੇਰ ਹੀ ਚੂੜੀਆਂ ਦੇ ਪਏ ਹੁੰਦੇ ਹਨ। ਆਰ ਪਾਈਲਡ ਔਨ 4 wheeled hand carts, ਹੋਰ ਕਿੱਥੇ ਢੇਰ ਪਏ ਹੁੰਦੇ ਹਨ? ਜੋ 4 ਟਾਇਰਾਂ ਵਾਲੀਆਂ ਗੱਡੀਆਂ ਹੁੰਦੀਆਂ ਨਾ, ਜਿਨ੍ਹਾਂ ਨੂੰ ਖਿੱਚਿਆ ਜਾਂਦਾ ਯੰਗ ਮੈਨ ਦੁਆਰਾ, ਪੁਸ਼ਡ ਬਾਈ ਯੰਗ ਮੈਨ ਅਲੋਂਗ ਦਾ ਨੈਰੋ ਲੇਨਸ, ਤੰਗ ਗਲੀਆਂ ਦੇ ਵਿੱਚ ਦੀ ਉਹ ਖਿੱਚ ਕੇ ਲਿਜਾਂਦੇ ਹਨ। ਉਹਨਾਂ ਰੇੜੀਆਂ ਦੇ ਉੱਪਰ ਵੀ ਚੂੜੀਆਂ ਦੇ ਢੇਰ, ਆਫ ਦਾ ਸ਼ੈਂਟੀ ਟਾਊਨ, ਇੱਕ ਗੰਦੇ ਸ਼ਹਿਰ ਦੇ ਵਿੱਚ ਦੀ, ਜੋ ਰੇੜੀਆਂ ਦੇ ਉੱਪਰ ਲੈ ਕੇ ਜਾਂਦੇ ਹਨ, ਯੰਗ ਮੈਨ ਖਿੱਚਦੇ ਹਨ ਰੇੜੀਆਂ ਨੂੰ, ਉਹਨਾਂ ਦੇ ਉੱਪਰ ਵੀ ਚੂੜੀਆਂ ਦੇ ਢੇਰ ਪਏ ਦਿਖਦੇ ਹਨ ਉੱਥੇ। ਐਂਡ ਇਨ ਡਾਰਕ ਹਟਮੈਂਟਸ, ਅਤੇ ਹਨੇਰੇ ਵਾਲੀਆਂ ਝੌਂਪੜੀਆਂ ਦੇ ਵਿੱਚ। ਨੈਕਸਟ ਟੂ ਲਾਈਨਸ ਆਫ ਫਲੇਮਸ ਆਫ ਫਲਿਕਰਿੰਗ ਆਇਲ ਲੈਂਪਸ, ਇੱਥੇ ਕੀ ਗੱਲ ਹੋ ਰਹੀ ਹੈ? ਤੇ ਡਾਰਕ ਹਟਮੈਂਟਸ ਦੇ ਵਿੱਚ, ਹਨੇਰੀਆਂ ਝੌਂਪੜੀਆਂ ਦੇ ਵਿੱਚ, ਨੈਕਸਟ ਟੂ ਲਾਈਨਸ ਆਫ ਫਲੇਮਸ ਆਫ ਫਲਿਕਰਿੰਗ ਆਇਲ ਲੈਂਪਸ, ਬਿਲਕੁਲ ਨੇੜੇ, ਕਿਸ ਚੀਜ਼ ਦੇ ਬਿਲਕੁਲ ਨੇੜੇ? ਫਲਿਕਰਿੰਗ ਆਇਲ ਲੈਂਪਸ, ਜੋ ਜਗਬੁਝ ਕਰ ਰਹੇ ਹੁੰਦੇ ਆ ਨਾ ਆਇਲ ਲੈਂਪਸ। ਜਿਸ ਤਰ੍ਹਾਂ ਆਪਾਂ ਟਿਊਬ ਲਾਈਟ ਦੇਖਦੇ ਹਾਂ, ਉਸਦੀ ਕੀ ਹੈ? ਰੋਸ਼ਨੀ ਬਿਲਕੁਲ ਸਿੱਧੀ ਆ ਰਹੀ ਹੁੰਦੀ ਹੈ, ਬਿਲਕੁਲ ਵੀ ਹਿਲਦੀ ਨਹੀਂ। ਪਰ ਇਹ ਇੱਥੇ ਗੱਲ ਕਿਸ ਦੀ ਹੋ ਰਹੀ ਹੈ? ਫਲਿਕਰਿੰਗ ਆਇਲ ਲੈਂਪਸ ਦੀ। ਸਿਟ ਬॉयਜ਼ ਐਂਡ ਗਰਲਸ, ਅਤੇ ਉਹਨਾਂ ਫਲਿਕਰਿੰਗ ਆਇਲ ਲੈਂਪ ਦੇ ਕੋਲ ਕੌਣ ਬੈਠੇ ਹਨ? ਲੜਕੇ ਅਤੇ ਲੜਕੀਆਂ, ਵਿਦ ਦੇਅਰ ਫਾਦਰਸ ਐਂਡ ਮਦਰਸ, ਆਪਣੇ ਪਿਤਾ ਦੇ ਨਾਲ, ਆਪਣੀਆਂ ਮਾਵਾਂ ਦੇ ਨਾਲ, ਵੈਲਡਿੰਗ ਪੀਸਸ ਆਫ ਕਲਰਡ ਗਲਾਸ, ਅਤੇ ਉਹ ਕੀ ਵੈਲਡ ਕਰ ਰਹੀਆਂ ਹਨ? ਟੁਕੜੇ, ਰੰਗਦਾਰ ਕੱਚ ਦੇ ਟੁਕੜਿਆਂ ਨੂੰ ਵੈਲਡ ਕਰ ਰਹੀਆਂ ਹਨ। ਇਨਟੂ ਸਰਕਲਸ ਆਫ ਬੈਂਗਲਸ, ਕੀ ਬਣਾ ਰਹੀਆਂ ਹਨ? ਚੂੜੀਆਂ ਦੇ ਸਰਕਲਸ ਬਣਾ ਰਹੀਆਂ ਹਨ। ਇਹ ਬੱਚੇ ਹਨ ਜੋ ਆਪਣੇ ਮਾਤਾ ਪਿਤਾ ਦੇ ਨਾਲ ਉਹਨਾਂ ਦੇ ਕੰਮ ਦੇ ਵਿੱਚ, ਚੂੜੀਆਂ ਬਣਾਉਣ ਦੇ ਕੰਮ ਦੇ ਵਿੱਚ ਇਹ ਹੈਲਪ ਕਰ ਰਹੇ ਹਨ। Their eyes are more adjusted to the dark than to the light outside. ਹੁਣ ਇੱਥੇ ਪੋਇਟ ਇਹ ਵੀ ਕਹਿ ਰਹੀ ਹੈ ਕਿ ਉਹਨਾਂ ਦੀਆਂ ਅੱਖਾਂ ਜ਼ਿਆਦਾ ਐਡਜਸਟ ਹੋ ਚੁੱਕੀਆਂ ਹਨ ਡਾਰਕ ਦੇ ਵਿੱਚ ਕੰਮ ਕਰਨ ਦੇ ਲਈ, ਕਿਉਂਕਿ ਉਹ ਲੰਮੇ ਸਮੇਂ ਤੋਂ ਹਨੇਰੇ ਦੇ ਵਿੱਚ ਹੀ ਕੰਮ ਕਰ ਰਹੇ ਹਨ। ਦੈਨ ਟੂ ਦਾ ਲਾਈਟ ਆਊਟਸਾਈਡ, ਸ਼ਾਇਦ ਇੰਨੀਆਂ ਐਡਜਸਟ ਉਹ ਬਾਹਰ ਰੋਸ਼ਨੀ ਵਿੱਚ ਨਹੀਂ ਜਿੰਨੀਆਂ ਕੀ ਆ ਹਨੇਰੇ ਵਿੱਚ ਹੋ ਚੁੱਕੀਆਂ ਹਨ, ਕਿਉਂਕਿ ਉਹਨਾਂ ਨੂੰ ਆਦਤ ਪੈ ਚੁੱਕੀ ਹੈ ਹਨੇਰੇ ਵਿੱਚ ਹੀ ਕੰਮ ਕਰਨ ਦੀ। ਦੈਟਸ ਵਾਈ ਦੇ ਆਫਨ ਐਂਡ ਅਪ, ਇਹੀ ਕਾਰਨ ਹੈ ਸ਼ਾਇਦ ਕਿ ਉਹ ਅਕਸਰ ਕੀ ਹੁੰਦਾ, ਐਂਡ ਅਪ ਲੌਸਿੰਗ देयर ਆਈਸਾਈਟ, ਅਤੇ ਬਿਫੋਰ ਦੇ ਬਿਕਮ ਅਡਲਟਸ, ਅਤੇ ਅਡਲਟ ਹੋਣ ਤੋਂ ਪਹਿਲਾਂ ਹੀ, ਵੱਡੇ ਹੋਣ ਤੋਂ ਪਹਿਲਾਂ ਹੀ ਉਹ ਆਪਣੀ ਕੀ ਹੈ ਅੱਖਾਂ ਦੀ ਰੋਸ਼ਨੀ ਗਵਾ ਦਿੰਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿਉਂਕਿ ਉਹ ਕੀ ਹੈ ਹਰ ਸਮੇਂ ਫਲਿਕਰਿੰਗ ਲੈਂਪਸ ਦੇ ਕੋਲ ਬੈਠੇ ਰਹਿੰਦੇ ਹਨ, ਕੰਮ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਕੀ ਹੈ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਜਲਦੀ ਹੀ ਚਲੀ ਜਾਂਦੀ ਹੈ। ਸਵਿਤਾ, a young girl in a drab pink dress, ਇੱਕ ਛੋਟੀ ਬੱਚੀ ਹੈ ਜਿਸਨੇ ਇੱਕ ਪੀਲੇ ਰੰਗ ਦੀ ਪੁਰਾਣੀ ਗੰਦੀ ਜਿਹੀ ਡਰੈਸ ਪਹਿਨੀ ਹੋਈ ਹੈ। sits alongside an elderly woman, ਜੋ ਕਿ ਇੱਕ ਵੱਡੀ ਉਮਰ ਦੀ ਔਰਤ ਦੇ ਕੋਲ ਬੈਠੀ ਹੈ। soldering pieces of glass, ਜੋ ਕਿ ਹੈ ਕੱਚ ਦੇ ਟੁਕੜਿਆਂ ਨੂੰ ਜੋੜ ਰਹੀ ਹੈ। soldering ਕਰਨਾ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਇੱਕ ਟਾਂਕੇ ਲਗਾਉਣ ਵਾਲਾ ਇੱਕ ਇੰਸਟਰੂਮੈਂਟ ਹੁੰਦਾ ਨਾ, ਜੋ ਆਪਣਾ ਮਿਊਜ਼ਿਕ ਸਿਸਟਮ ਦੇ ਵਿੱਚ ਕੰਮ ਕਰਦੇ ਆ ਮਕੈਨਿਕ, ਉਹਨੂੰ ਯੂਜ਼ ਵਿੱਚ ਲਿਆਉਂਦੇ ਆ। ਉਹ ਜੋ ਟਾਂਕੇ ਲਗਾਉਣਾ ਹੁੰਦਾ ਉਹ ਕੀ ਹੁੰਦਾ, ਸੋਲਡਰਿੰਗ ਕਰਨਾ ਹੀ ਹੁੰਦਾ ਤੇ ਜੋੜਨਾ। ਜਿਵੇਂ ਕਿ ਇਹ ਜੋ ਬੱਚੀ ਬੈਠੀ ਹੈ ਇੱਕ ਐਲਡਰਲੀ ਵੂਮਨ ਦੇ ਕੋਲ ਬੈਠੀ ਹੈ, ਇਹ ਵੀ ਕੀ ਕਰ ਰਹੀ ਹੈ, ਕੱਚ ਦੇ ਟੁਕੜਿਆਂ ਨੂੰ ਜੋੜ ਰਹੀ ਹੈ। As her hands move mechanically like the tongs of a machine, ਅਤੇ ਉਸਦੇ ਹੱਥ ਹਨ ਜੋ ਇੱਕ ਮਕੈਨੀਕਲੀ ਮਸ਼ੀਨ ਦੀ ਤਰ੍ਹਾਂ, ਮਸ਼ੀਨ ਦੀਆਂ ਚਿਮਟੀਆਂ ਦੀ ਤਰ੍ਹਾਂ ਚੱਲ ਰਹੇ ਹਨ, ਕਿਉਂਕਿ ਉਸਨੂੰ ਹਰ ਰੋਜ਼ ਇਹ ਕੰਮ ਕਰਨਾ ਪੈਂਦਾ ਹੈ ਤੇ ਉਹ ਕੀ ਹੈ ਇੱਕ ਯੂਜ਼ ਟੂ ਹੋ ਚੁੱਕੀ ਹੈ
ਇਸ ਕੰਮ ਦੇ ਵਿੱਚ, ਤੇ ਉਸਦੇ ਹੱਥ ਕਿਵੇਂ ਕੰਮ ਕਰ ਰਹੇ ਹਨ? ਮਸ਼ੀਨ ਦੀਆਂ ਚਿਮਟੀਆਂ ਦੇ ਵਾਂਗ ਹੀ ਕੰਮ ਕਰ ਰਹੇ ਹਨ। I wonder if she knows the sensitivity of the bangles she helps make। ਹੁਣ ਇੱਥੇ ਅਨੀਸ ਜੰਗ ਕੀ ਕਹਿ ਰਹੇ ਹਨ ਕਿ ਮੈਨੂੰ ਹੈਰਾਨੀ ਹੁੰਦੀ ਹੈ ਇਸ ਗੱਲ ਤੇ ਕਿ ਇਸ ਬੱਚੀ ਨੂੰ ਇਹ ਮਹੱਤਤਾ ਦਾ ਪਤਾ ਹੈ, ਇਹਨਾਂ ਚੂੜੀਆਂ ਦੀ ਮਹੱਤਤਾ ਦਾ ਪਤਾ ਹੈ ਜਿਸ ਦੀ ਉਹ ਸਹਾਇਤਾ ਕਰ ਰਹੀ ਹੈ, ਚੂੜੀਆਂ ਬਣਾਉਣ ਵਿੱਚ ਮਦਦ ਕਰ ਰਹੀ ਹੈ। It symbolizes an Indian woman ਸੁਹਾਗ। ਇਹ ਜੋ ਚੂੜੀਆਂ ਹਨ ਇਹ ਪ੍ਰਤੀਕ ਹਨ ਭਾਰਤੀ ਔਰਤ ਦੇ ਸੁਹਾਗ ਦੀਆਂ। Auspiciousness in marriages, ਬਹੁਤ ਜ਼ਿਆਦਾ ਮਹੱਤਵ ਹੈ ਇਹਨਾਂ ਦਾ ਮੈਰਿਜ ਦੇ ਵਿੱਚ। It will dawn on her suddenly one day when her head is draped with the red veil। ਇਸ ਗੱਲ ਦਾ ਇਸ ਨੂੰ ਪਤਾ ਲੱਗ ਜਾਵੇਗਾ, ਇੱਕ ਦਿਨ ਅਚਾਨਕ ਹੀ ਪਤਾ ਲੱਗ ਜਾਵੇਗਾ ਜਦ ਇਸ ਦਾ ਸਿਰ ਢਕਿਆ ਗਿਆ ਇੱਕ ਰੈੱਡ ਵੀਲ ਦੇ ਨਾਲ, ਲਾਲ ਘੁੰਡ ਦੇ ਨਾਲ ਇਸ ਦਾ ਸਿਰ ਢੱਕ ਦਿੱਤਾ ਗਿਆ। Her hands dyed red with henna, ਇਸ ਦੇ ਹੱਥ ਰੰਗ ਦਿੱਤੇ ਗਏ, ਲਾਲ ਰੰਗ ਦਿੱਤੇ ਗਏ ਮਹਿੰਦੀ ਦੇ ਨਾਲ। And red bangles rolled onto her wrist, ਅਤੇ ਲਾਲ ਚੂੜੀਆਂ ਇਸ ਦੇ ਗੁੱਟ ਦੇ ਉੱਤੇ ਜਦ ਰੋਲਿੰਗ ਕਰਨਗੀਆਂ ਨਾ, ਉਸ ਦਿਨ ਇਸ ਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਇਹਨਾਂ ਚੂੜੀਆਂ ਦੇ ਮਹੱਤਵ ਬਾਰੇ। She will then become a bride, ਤਦ ਇਹ ਕੀ ਬਣ ਜਾਵੇਗੀ? ਇੱਕ ਲਾੜੀ ਬਣ ਜਾਵੇਗੀ। Like the old woman beside her, ਜਿਵੇਂ ਕੀ ਹੈ ਉਹ old woman beside her ਜੋ ਕਿ ਉਸਦੇ ਕੋਲ ਬੈਠੀ ਹੈ। Who became one many years ago, ਜੋ ਕਿ ਉਹ ਔਰਤ ਵੀ, ਉਹ old woman ਵੀ ਲਾੜੀ ਬਣੀ ਸੀ ਕਾਫੀ ਸਾਲ ਪਹਿਲਾਂ। She still has bangles on her wrist, ਅੱਜ ਵੀ ਉਸਦੇ ਗੁੱਟ ਦੇ ਉੱਪਰ ਚੂੜੀਆਂ ਹਨ। But no light in her eyes, ਪਰ ਉਸਦੀਆਂ ਅੱਖਾਂ ਦੇ ਵਿੱਚ ਰੋਸ਼ਨੀ ਨਹੀਂ ਰਹੀ ਹੈ, ਕਿਉਂਕਿ ਉਹ ਔਰਤ ਜੋ ਹੈ, ਬਜ਼ੁਰਗ ਔਰਤ ਹੈ, ਉਹ ਵੀ ਕਾਫੀ ਸਮੇਂ ਤੋਂ ਹੀ ਇਸ ਬੈਂਗਲ ਮੇਕਿੰਗ ਦੇ ਪ੍ਰੋਫੈਸ਼ਨ ਵਿੱਚ ਇੰਡਲਜ ਐਸੇ ਪਈ ਹੋਈ ਹੈ, ਇਹ ਕੰਮ ਕਰ ਰਹੀ ਹੈ, ਤੇ ਉਸਦੀ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਹੈ। ਇੱਕ ਵਕਤ ਸ਼ੇਰ ਪਰ ਖਾਣਾ ਵੀ ਨਹੀਂ ਖਾਇਆ, she says in a voice drained of joy। ਉਹ ਜੋ ਔਰਤ ਹੈ ਕੀ ਕਹਿੰਦੀ ਹੈ ਕਿ ਇੱਕ ਵਕਤ ਵੀ ਅਸੀਂ ਸ਼ੇਰ ਪਰ ਖਾਣਾ ਵੀ ਨਹੀਂ ਖਾਇਆ। ਇਸ ਦਾ ਮਤਲਬ ਕੀ ਹੈ? ਸ਼ੇਰ ਇੱਕ ਇਕਾਈ ਹੈ ਮੈਜ਼ਰਮੈਂਟ ਦੀ, ਕੋਈ ਚੀਜ਼ ਤੋਲਦੇ ਆਪਾਂ, ਜ਼ਿਆਦਾਤਰ ਪੇਂਡੂ ਇਲਾਕਿਆਂ ਦੇ ਵਿੱਚ ਇਸ ਇਕਾਈ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਾਇਦ ਇਹ ਕਿਲੋ ਤੋਂ ਥੋੜਾ ਜਿਹਾ ਘੱਟ ਹੁੰਦਾ ਜਿਸ ਨੂੰ ਸ਼ੇਰ ਕਹਿ ਦਿੰਦੇ ਹਨ। ਇਸ ਤਰ੍ਹਾਂ ਉਹ ਬਹੁਤ ਹੀ ਦੁਖੀ ਆਵਾਜ਼ ਵਿੱਚ ਕਹਿੰਦੀ ਹੈ ਕਿ ਅਸੀਂ ਕਦੇ ਪੇਟ ਭਰ ਖਾਣਾ ਵੀ ਨਹੀਂ ਖਾ ਕੇ ਵੇਖਿਆ। She has not enjoyed even one full meal in her entire life। ਉਸਨੇ ਆਪਣੇ ਸਾਰੇ ਜੀਵਨ ਦੇ ਵਿੱਚ ਸ਼ਾਇਦ ਇੱਕ ਵਾਰ ਵੀ ਪੇਟ ਭਰ ਖਾਣਾ ਨਹੀਂ ਖਾਧਾ। That's what she has reaped, ਇਹੀ ਹੈ ਜੋ ਉਸਨੇ ਕਮਾਈ ਕੀਤੀ ਹੈ। ਉਹ ਕੀ ਦੱਸਦੀ ਹੈ ਕਿ ਮੈਂ ਜੀਵਨ ਭਰ ਇਹ ਚੂੜੀਆਂ ਦਾ ਕੰਮ ਕਰਦੀ ਰਹੀ ਹਾਂ, ਪਰ ਇਹੀ ਮੇਰੀ ਕਮਾਈ ਹੈ। ਰੀਪਡ ਵਰਡ ਹੁੰਦਾ, ਵੈਸੇ ਫਸਲ ਦੀ ਕੋਈ ਕਟਾਈ ਕਰਦੇ ਹਾਂ ਆਪਾਂ ਰੀਪ ਵਰਡ ਯੂਜ਼ ਕਰਦੇ ਹਾਂ, ਪਰ ਇੱਥੇ ਕੀ ਹੈ ਉਹ ਆਪਣੇ ਜੀਵਨ ਦੀ ਕਮਾਈ ਦੱਸ ਰਹੀ ਹੈ ਕਿ ਬਸ ਮੈਂ ਇਹੀ ਕਮਾਈ ਕੀਤੀ ਹੈ। Her husband, an old man with a flowing beard, ਉਸਦਾ ਪਤੀ ਜੋ ਇੱਕ ਬੁੱਢਾ ਵਿਅਕਤੀ ਹੈ ਜਿਸ ਦੀ ਦਾੜੀ ਕੀ ਹੈ ਉੱਡ ਰਹੀ ਹੈ, says I know nothing except bangles। ਕੀ ਕਹਿੰਦਾ ਹੈ ਉਹ ਕਿ ਮੈਂ ਕੁਝ ਵੀ ਨਹੀਂ ਜਾਣਦਾ ਸਿਰਫ ਬੈਂਗਲਸ ਤੋਂ ਇਲਾਵਾ। All I have done is make a house for the family to live in। ਜੋ ਮੈਂ ਕਰ ਸਕਿਆ ਹਾਂ ਅੱਜ ਤੱਕ ਕੀ ਕਰ ਸਕਿਆ ਹਾਂ, ਕੇਵਲ ਇੱਕ ਘਰ ਹੀ ਬਣਾ ਸਕਿਆ ਹਾਂ ਆਪਣੇ ਪਰਿਵਾਰ ਦੇ ਲਈ, ਰਹਿਣ ਦੇ ਲਈ। Hearing him one wonders if he has achieved what many have failed in their lifetime। ਅਨੀਸ ਜੰਗ ਕੀ ਕਹਿ ਰਹੇ ਹਨ, ਉਸਨੂੰ ਸੁਣਦੇ ਹੋਏ ਕੀ ਸੋਚਦੇ ਹਨ? ਸ਼ਾਇਦ ਇਸ ਗੱਲ ਉੱਤੇ ਵੀ ਕੋਈ ਹੈਰਾਨ ਹੋਵੇ ਕਿ ਜੋ ਉਸਨੇ ਅਚੀਵ ਕਰ ਲਿਆ ਹੈ, ਬਹੁਤੇ ਲੋਕਾਂ ਨੇ ਤਾਂ ਹਾਲੇ ਇਹ ਵੀ ਅਚੀਵ ਨਹੀਂ ਕੀਤਾ, ਇਸ ਗੱਲ ਵਿੱਚ ਵੀ ਅਸਫਲ ਰਹੇ ਹਨ। He has a roof over his head, ਉਸਦੇ ਸਿਰ ਉੱਪਰ ਚਲੋ ਛੱਤ ਤਾਂ ਹੈ ਨਾ। The cry of not having money to do anything except carry on the business of making bangles। ਜੋ ਰੋਣਾ ਕੱਲੀ ਇਸ ਗੱਲ ਦਾ ਹੀ ਨਹੀਂ ਹੈ ਕਿ ਉਹਨਾਂ ਕੋਲ ਪੈਸੇ ਨਹੀਂ ਹਨ to do anything except carry on the business, ਕੁਝ ਹੋਰ ਕੁਝ ਕਰਨ ਦੇ ਲਈ ਉਹਨਾਂ ਕੋਲ ਪੈਸੇ ਨਹੀਂ ਹਨ, ਕੇਵਲ ਆਪਣਾ ਚੂੜੀਆਂ ਦਾ ਬਿਜ਼ਨਸ ਹੀ ਉਹ ਚਲਾ ਸਕਦੇ ਹਨ। ਬਸ ਗੁਜ਼ਾਰੇ ਦੇ ਲਈ ਆਪਣਾ ਕੁਝ ਖਰੀਦ ਕੇ ਬਸ ਬਾਕੀ ਜੋ ਉਹਨਾਂ ਦੀ ਕਮਾਈ ਹੁੰਦੀ ਹੈ ਉਹ ਇਸੇ ਕਿੱਤੇ ਵਿੱਚ ਹੀ ਅੱਗੇ ਲਗਾ ਲੈਂਦੇ ਹਨ, ਤੇ ਹੋਰ ਕੁਝ ਕਰਨ ਦੇ ਲਈ ਉਹਨਾਂ ਕੋਲ ਪੈਸੇ ਨਹੀਂ ਹਨ। ਹੁਣ ਅਨੀਸ ਜੰਗ ਕੀ ਕਹਿ ਰਹੀ ਹੈ, ਕੱਲੇ ਦੁੱਖ ਦੀ ਗੱਲ ਇਹੀ ਨਹੀਂ ਹੈ ਕਿ ਉਹਨਾਂ ਕੋਲ ਹੋਰ ਕੋਈ ਕੰਮ ਕਰਨ ਦੇ ਲਈ ਪੈਸੇ ਨਹੀਂ ਹਨ। Not even enough to eat,
ਉਹਨਾਂ ਦੇ ਕੋਲ ਤਾਂ ਖਾਣ ਦੇ ਲਈ ਵੀ ਕਾਫੀ ਨਹੀਂ ਹੁੰਦਾ। ਰਿੰਗਸ ਇਨ ਐਵਰੀ ਹਾਊਸ, ਇਹ ਜੋ ਤਕਲੀਫ ਹੈ, ਇਹ ਕਹਾਣੀ ਹੈ ਫਿਰੋਜ਼ਾਬਾਦ ਦੇ ਲਗਭਗ ਹਰ ਇੱਕ ਘਰ ਦੀ ਹੀ ਇਹ ਕਹਾਣੀ ਹੈ। ਦ ਯੰਗ ਮੈਨ ਇਕੋ ਦ ਲੇਮੈਂਟ ਆਫ ਦੇਅਰ ਐਲਡਰਸ, ਜੋ ਯੰਗ ਮੈਨ ਹਨ, ਜੋ ਜਵਾਨ ਲੋਕ ਹਨ ਉੱਥੇ, ਉਹਨਾਂ ਦੀ ਜੋ ਗੂੰਜ ਹੈ, ਇੱਕੋ ਹੈ, ਉਹ ਕੀ ਹੈ, ਕੰਪਲੇਂਟ ਕਰਦੇ ਹਨ ਜੋ ਉਹਨਾਂ ਦੇ ਮਾਤਾ ਪਿਤਾ ਦੀ ਕੀ ਸੀ ਤਕਲੀਫ ਸੀ, ਉਹਨਾਂ ਦੇ ਮਾਤਾ ਪਿਤਾ ਨੂੰ ਜੋ ਦੁੱਖ ਸੀ ਉਹੀ ਇਹਨਾਂ ਦੇ ਦੁੱਖ ਹਨ। ਸੇਮ ਇਹਨਾਂ ਦੀ ਤਕਲੀਫ ਹੈ ਜੋ ਉਹਨਾਂ ਦੇ ਮਾਤਾ ਪਿਤਾ ਦੀ ਤਕਲੀਫ ਰਹੀ ਹੈ। ਲਿਟਲ ਹੈਜ਼ ਮੂਵਡ ਵਿਦ ਟਾਈਮ, ਬਹੁਤ ਹੀ ਘੱਟ ਬਦਲਿਆ ਹੈ, ਸਮੇਂ ਦੇ ਨਾਲ ਬਹੁਤ ਘੱਟ ਬਦਲਿਆ ਹੈ। ਇਟ ਸੀਮਸ, ਇਸ ਤਰ੍ਹਾਂ ਲੱਗਦਾ ਹੈ, ਇਨ ਫਿਰੋਜ਼ਾਬਾਦ, ਫਿਰੋਜ਼ਾਬਾਦ ਦੇ ਵਿੱਚ ਸਮੇਂ ਦੇ ਨਾਲ ਬਹੁਤ ਘੱਟ ਬਦਲਾਵ ਆਏ ਹਨ। ਜਿਵੇਂ ਪਹਿਲਾਂ ਦੇ ਲੋਕ ਦੁਖੀ ਸਨ, ਉਸੇ ਤਰ੍ਹਾਂ ਹੀ ਹੁਣ ਜੋ ਯੰਗ ਮੈਨ ਹਨ ਉਹ ਵੀ ਦੁਖੀ ਹਨ। Years of mind-numbing toil have killed all initiative and the ability to dream, ਜੋ ਇਸ ਤਰ੍ਹਾਂ ਦੀ ਮਾਈਂਡ ਨੰਬਿੰਗ, ਬਹੁਤ ਐਕਸਟ੍ਰੀਮ ਟੋਇਲ, ਮਿਹਨਤ ਕਰਦੇ ਆਏ ਹਨ ਇਹਨਾਂ ਨੇ ਕੀ ਹੈ, ਇਸ ਤਰ੍ਹਾਂ ਇਹਨਾਂ ਦੇ ਵਿੱਚ ਮਾਰ ਹੀ ਦਿੱਤੀ ਹੈ ਇਨੀਸ਼ੀਏਟਿਵ ਲੈਣ ਦੀ, ਕੋਈ ਪਹਿਲ ਕਦਮੀ ਕਰਨ ਦੀ ਐਬਿਲਿਟੀ ਹੈ, ਜੋ ਕੋਈ ਨਵੇਂ ਸੁਪਨੇ ਲੈਣ ਦੀ ਐਬਿਲਿਟੀ ਹੈ, ਉਹ ਕੀ ਹੈ, ਇਹਨਾਂ ਦੇ ਵਿੱਚ ਖਤਮ ਹੀ ਹੋ ਚੁੱਕੀ ਹੈ। Why not organize yourself in a cooperative? ਅਨੀਸ ਜੰਗ ਉਹਨੂੰ ਕੀ ਕੁਐਸਚਨ ਕਰਦੀ ਹੈ ਕਿ ਤੁਸੀਂ ਕੋਈ ਸੰਘ ਕਿਉਂ ਨਹੀਂ ਬਣਾ ਲੈਂਦੇ। ਕੋਆਪਰੇਟਿਵ ਕੀ ਹੁੰਦਾ, ਕੋਈ ਸੰਘ। ਜਿਸ ਤਰ੍ਹਾਂ ਕੋਈ ਇੱਕ ਹੀ ਬਿਜ਼ਨਸ ਵਿੱਚ ਲੋਕ ਜੋ ਇਕੱਠੇ ਕੰਮ ਕਰਦੇ ਹਨ, ਕਈ ਵਾਰ ਉਹ ਕੋਈ ਯੂਨੀਅਨ ਬਣਾ ਲੈਂਦੇ ਹਨ, ਜਿਵੇਂ ਫੋਰ ਐਗਜ਼ਾਮਪਲ ਲੇਬਰ ਯੂਨੀਅਨ ਵਗੈਰਾ ਹੁੰਦੀਆਂ, ਜਾਂ ਹੋਰ ਵੀ ਬਹੁਤ ਤਰ੍ਹਾਂ ਦੀਆਂ ਯੂਨੀਅਨ ਹੁੰਦੀਆਂ ਕਿ ਉਹ ਇਕੱਠੇ ਕੰਮ ਕਰਦੇ ਹਨ ਆਪਣੇ ਕੋਈ ਅਧਿਕਾਰਾਂ ਦੀ ਰੱਖਿਆ ਦੇ ਲਈ। ਉਹ ਕੀ ਕਰ ਲੈਂਦੇ ਹਨ, ਕੋਈ ਸੰਘ ਬਣਾ ਲੈਂਦੇ ਹਨ। ਤਾਂ ਅਨੀਸ ਜੰਗ ਕੀ ਐਡਵਾਈਸ ਦਿੰਦੀ ਹੈ ਉਸਨੂੰ ਕਿ ਤੁਸੀਂ ਵੀ ਕੋਈ ਸੰਘ ਕਿਉਂ ਨਹੀਂ ਬਣਾ ਲੈਂਦੇ, ਕਿਉਂਕਿ ਜੋ ਮਿਡਲਮੈਨ ਸਨ ਨਾ ਉਸ ਸਮੇਂ ਦੇ, ਕੋਈ ਵਿੱਚ ਜੋ ਇਹਨਾਂ ਤੋਂ ਕੋਈ ਸਸਤੇ ਵਿੱਚ ਇਹਨਾਂ ਤੋਂ ਚੂੜੀਆਂ ਵਗੈਰਾ ਖਰੀਦ ਲੈਂਦੇ ਸਨ ਤੇ ਮਹਿੰਗੀਆਂ ਵੇਚ ਦਿੰਦੇ ਸਨ ਅੱਗੇ, ਤੇ ਇਹਨਾਂ ਨੂੰ ਬਹੁਤ ਘੱਟ ਕਮਾਈ ਹੁੰਦੀ ਸੀ। ਇਹ ਅਨੀਸ ਜੰਗ ਕੀ ਐਡਵਾਈਸ ਦਿੰਦੀ ਹੈ ਕਿ ਤੁਸੀਂ ਆਪਣਾ ਕੋਈ ਸੰਘ ਬਣਾਓ ਤਾਂ ਕਿ ਤੁਹਾਡੀ ਇਸ ਤਰ੍ਹਾਂ ਲੁੱਟ ਬੰਦ ਹੋ ਜਾਵੇ। I ask a group of young men who have fallen into the vicious circle of middlemen. ਅਨੀਸ ਜੰਗ ਕਹਿ ਰਹੇ ਨੇ ਇੱਥੇ ਕਿ ਮੈਂ ਇੱਕ ਯੰਗ ਮੈਨ ਦੇ ਗਰੁੱਪ ਨੂੰ ਇਹ ਗੱਲ ਕਹੀ ਜੋ ਕਿ ਹੈ ਪੂਰੀ ਤਰ੍ਹਾਂ ਫਸੇ ਹੋਏ ਹਨ ਇੱਥੇ ਵਿਸ਼ੀਅਸ ਸਰਕਲ ਦੇ ਵਿੱਚ, ਬਹੁਤ ਹੀ ਬੁਰੇ ਸਰਕਲ ਦੇ ਵਿੱਚ। ਇੱਕ ਵਿਸ਼ੀਅਸ ਕਹਿੰਦੇ ਕਰਿਊਲ ਸਰਕਲ ਦੇ ਵਿੱਚ ਫਸੇ ਹੋਏ ਹਨ ਆਫ ਮਿਡਲਮੈਨ, ਇਹਨਾਂ ਵਿਚੋਲਿਆਂ ਦੇ। who trapped their fathers and forefathers, ਜਿਨ੍ਹਾਂ ਨੇ ਕੀ ਹੈ ਇਹਨਾਂ ਦੇ ਫਾਦਰਸ ਨੂੰ ਅਤੇ ਫੋਰਫਾਦਰਸ ਨੂੰ ਵੀ ਆਪਣੇ ਇਸ ਕਰਿਊਲ ਸਰਕਲ ਦੇ ਵਿੱਚ ਜਕੜਿਆ ਹੋਇਆ ਸੀ। Even if we get organized, ਤਾਂ ਉਹ ਕੀ ਜਵਾਬ ਦਿੰਦੇ ਹਨ ਜੋ ਯੰਗ ਮੈਨ ਹੁੰਦੇ ਹਨ, ਕੀ ਜਵਾਬ ਦਿੰਦੇ ਹਨ, ਜੇਕਰ ਅਸੀਂ ਆਪਣੇ ਆਪ ਨੂੰ ਆਰਗੇਨਾਈਜ਼ ਕਰ ਵੀ ਲਿਆ, we are the ones who will be halted up by the police, ਅਸੀਂ ਹੀ ਹੋਵਾਂਗੇ ਜਿਨ੍ਹਾਂ ਨੂੰ ਕੀ ਹੈ halted up ਕਰਨਾ ਕੀ ਹੁੰਦਾ, drag up। ਉਹ ਯੰਗ ਮੈਨ ਕੀ ਜਵਾਬ ਦਿੰਦੇ ਹਨ ਕਿ ਪੁਲਿਸ ਸਾਨੂੰ ਕੀ ਹੈ ਖਿੱਚ ਕੇ ਲੈ ਜਾਵੇਗੀ, beaten and dragged to jail, ਸਾਨੂੰ ਕੁੱਟੇਗੀ ਅਤੇ ਜੇਲ੍ਹਾਂ ਵਿੱਚ ਬੰਦ ਕਰ ਦੇਣਗੇ for doing something illegal, ਤੇ ਸਾਨੂੰ ਕੀ ਕਹਿਣਗੇ ਕਿ ਤੁਸੀਂ ਇਹ ਇਲੀਗਲ ਕੰਮ ਕਰ ਰਹੇ ਹੋ। they say there is no leader among them, ਅਨੀਸ ਜੰਗ ਕੀ ਕਹਿੰਦੀ ਹੈ ਕਿ ਉਹਨਾਂ ਵਿੱਚ ਕੋਈ ਵੀ ਲੀਡਰ ਨਹੀਂ ਹੈ। no one who could help them see things differently, ਕੋਈ ਵੀ ਉਹਨਾਂ ਵਿੱਚ ਨਹੀਂ ਸੀ ਜੋ ਕਿ ਉਹਨਾਂ ਦੀ ਸਹਾਇਤਾ ਕਰ ਸਕੇ ਸਥਿਤੀਆਂ ਨੂੰ ਇੱਕ ਅਲੱਗ ਤਰੀਕੇ ਨਾਲ ਵੇਖਣ ਦੇ ਲਈ, ਇੱਕ ਨਵੀਂ ਵਿਚਾਰਧਾਰਾ ਲਿਆਉਣ ਦੇ ਲਈ ਕਿ ਉਹ ਕਿਸ ਤਰ੍ਹਾਂ ਇਸ ਕਰਿਊਲ ਸਰਕਲ ਦੇ ਵਿੱਚੋਂ ਨਿਕਲ ਸਕਦੇ ਹਨ, ਕਿਸ ਤਰ੍ਹਾਂ ਆਪਣੀ ਭਲਾਈ ਕਰ ਸਕਦੇ ਹਨ। ਕੋਈ ਵੀ ਨਹੀਂ ਹੈ ਉੱਥੇ ਜੋ ਉਹਨਾਂ ਦੀ ਇਸ ਗੱਲ ਵਿੱਚ ਸਹਾਇਤਾ ਕਰ ਸਕੇ। Their fathers are as tired as they are, ਉਹਨਾਂ ਦੇ ਪਿਤਾ ਜੋ ਬਜ਼ੁਰਗ ਹਨ ਉਹ ਵੀ ਕੀ ਹੈ ਉਨੇ ਹੀ ਥੱਕੇ ਹੋਏ ਹਨ ਜਿਵੇਂ ਕਿ ਇਹ ਹਨ। They talk endlessly in a spiral, ਉਹ ਕੀ ਹੈ ਇੱਕ ਸਪਾਇਰਲ ਮੀਨਸ ਇੱਕ ਹੀ ਗੱਲ ਦੇ ਦੁਆਲੇ ਘੁੰਮਦੇ ਰਹਿਣਾ, ਉਹ ਕੀ ਹੈ ਇੱਕ ਤਰ੍ਹਾਂ ਦੀਆਂ ਗੱਲਾਂ ਹੀ ਕਰਦੇ ਹਨ ਐਂਡਲੈਸਲੀ ਤਰੀਕੇ ਦੇ ਨਾਲ। that moves from poverty to apathy, ਉਹਨਾਂ ਦੀਆਂ ਗੱਲਾਂ ਕੀ ਹੈ ਗਰੀਬੀ, ਅਪੈਥੀ ਹੁੰਦਾ ਕਿ ਸਾਡੇ ਵੱਲ ਕੋਈ ਸਰਕਾਰ ਧਿਆਨ ਨਹੀਂ ਦਿੰਦੀ, ਕੋਈ ਵੀ ਸਾਡੀਆਂ ਮੁਸ਼ਕਲਾਂ ਨਹੀਂ ਸੁਣਦਾ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਗਰੀਬੀ ਦੀਆਂ ਗੱਲਾਂ ਕਰਦੇ ਹਨ, ਗਰੀਡ ਦੀਆਂ ਗੱਲਾਂ ਕਰਦੇ ਹਨ, ਉਹ ਲਾਲਚ ਦੀਆਂ ਗੱਲਾਂ, ਜੋ ਕਿ ਮਿਡਲਮੈਨ ਹਨ ਉਹਨਾਂ ਦੇ ਲਾਲਚ ਦੀਆਂ ਗੱਲਾਂ ਕਰਦੇ ਆ ਵੀ ਇਸ ਤਰ੍ਹਾਂ ਉਹ ਲਾਲਚ ਕਰਦੇ ਹਨ, ਸਾਨੂੰ ਲੁੱਟਦੇ ਹਨ। ਐਂਡ ਟੂ ਇਨਜਸਟਿਸ, ਅਤੇ ਇਨਜਸਟਿਸ ਦੀਆਂ ਗੱਲਾਂ ਕਰਦੇ ਹਨ। ਲਿਸਨਿੰਗ ਟੂ them, ਉਹਨਾਂ ਨੂੰ ਸੁਣਦੇ ਹੋਏ I see two distinct worlds, ਜਦ ਅਨੀਸ ਜੰਗ ਉਹਨਾਂ ਦੀਆਂ ਗੱਲਾਂ ਸੁਣਦੀ ਹੈ ਤਾਂ ਅਨੀਸ ਜੰਗ ਕੀ ਕਹਿੰਦੀ ਹੈ ਕਿ ਮੈਨੂੰ ਦੋ ਤਰ੍ਹਾਂ ਦੇ ਸੰਸਾਰ ਲੱਗਦੇ ਹਨ।
one of the family caught in a web of poverty, ਇੱਕ ਪਰਿਵਾਰ ਉਹ ਜੋ ਕੀ ਹੈ ਗਰੀਬੀ ਦੇ ਵਿੱਚ ਫਸਿਆ ਹੋਇਆ ਹੈ, poverty burdened by the stigma, ਜਿਨ੍ਹਾਂ ਦੇ ਉੱਪਰ ਇੱਕ ਕੀ ਹੈ ਗਰੀਬੀ ਦਾ ਕਲੰਕ ਹੈ, of caste in which they are born, ਉਹਨਾਂ ਦੀ ਕਾਸਟ ਦਾ ਕਲੰਕ ਹੈ, ਗਰੀਬੀ ਦਾ ਕਲੰਕ ਹੈ ਜਿਸ ਵਿੱਚ ਉਹਨਾਂ ਦਾ ਜਨਮ ਹੋਇਆ ਹੈ। ਜਿਸ ਤਰ੍ਹਾਂ ਸਮਾਜ ਵਿੱਚ ਅਲੱਗ-ਅਲੱਗ ਕਾਸਟ ਹੁੰਦੀਆਂ, ਇਹਨਾਂ ਦਾ ਜਿਵੇਂ ਬੈਂਗਲ ਮੇਕਿੰਗ ਵਾਲੇ ਜੋ ਹਨ ਇਹ ਗਰੀਬ ਲੋਕ ਹਨ, ਇਹਨਾਂ ਦੀ ਅਲੱਗ ਕਾਸਟ, ਹੋਰ ਤਰ੍ਹਾਂ ਦੇ ਜੋ ਨਾਈ ਵਗੈਰਾ ਦੀ ਕਾਸਟ ਹੁੰਦੀ ਹੈ, ਇਸ ਤਰ੍ਹਾਂ ਦੀਆਂ ਅਨੇਕ ਕਾਸਟਸ ਹੁੰਦੀਆਂ ਵੀ ਇਹ ਵੀ ਕੀ ਹੈ ਇਹਨਾਂ ਦੇ ਉੱਪਰ ਇੱਕ ਕਲੰਕ ਦੀ ਤਰ੍ਹਾਂ ਹੀ ਹੈ। ਦ ਅਦਰ ਵਿਸ਼ੀਅਸ ਸਰਕਲ ਆਫ ਦਾ ਸ਼ਾਹੂਕਾਰਸ, ਹੋਰ ਕੀ ਹੈ ਦੂਜਾ ਜੋ ਇੱਕ ਘੁਮਾਊਦਾਰ ਸਰਕਲ ਹੈ, ਇੱਕ ਕਰਿਊਲ ਸਰਕਲ ਹੈ ਇਹਨਾਂ ਸ਼ਾਹੂਕਾਰ ਦਾ, ਦਾ ਮਿਡਲਮੈਨ, ਦਾ ਪੁਲਿਸਮੈਨ, ਦਾ ਕੀਪਰਸ ਆਫ ਲਾਅ, ਕਾਨੂੰਨ ਦੇ ਰਖਵਾਲੇ, ਦਾ ਬਿਊਰੋਕਰੇਟ ਜਿਵੇਂ IAS IPS ਲੋਕ ਹੋ ਗਏ, ਐਂਡ ਦਾ ਪੋਲੀਟੀਸ਼ੀਅਨਸ, ਇਹਨਾਂ ਦੇ ਸਾਰਿਆਂ ਦੇ ਹੀ ਕੀ ਹੈ ਇਹ ਇੱਕ ਬੜੇ ਹੀ ਕਰਿਊਲ ਸਰਕਲ ਦੇ ਵਿੱਚ ਇਹ ਫਸੇ ਹੋਏ ਹਨ ਜੋ ਕਿ ਇਹਨਾਂ ਦੀ ਮਦਦ ਕਰਨ ਦੀ ਬਜਾਏ ਕੀ ਹੈ ਇਹਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਲੁੱਟਦੇ ਹੀ ਰਹਿੰਦੇ ਹਨ। Together they have imposed the baggage on the child, ਇਹਨਾਂ ਸਾਰਿਆਂ ਨੇ ਮਿਲ ਕੇ ਕੀ ਹੈ ਇਹਨਾਂ ਦੇ ਉੱਤੇ ਇੱਕ ਭਾਰ ਪਾਇਆ ਹੋਇਆ ਹੈ, ਇੱਕ ਬੈਗੇਜ ਪਾਇਆ ਹੋਇਆ ਹੈ ਇਹਨਾਂ ਗਰੀਬ ਲੋਕਾਂ ਉੱਤੇ, on the child that he cannot put down, ਇੱਕ ਬੱਚੇ ਦੇ ਉੱਤੇ ਹੀ ਇਹ ਇਸ ਤਰ੍ਹਾਂ ਦਾ ਭਾਰ ਪਾਉਂਦੇ ਹਨ ਜੋ ਕਿ ਉਹ ਪਾਸੇ ਨਹੀਂ ਕਰ ਸਕਦਾ, ਆਪਣੇ ਤੋਂ ਅਲੱਗ ਨਹੀਂ ਕਰ ਸਕਦਾ। ਬਿਫੋਰ ਹੀ ਇਜ਼ ਅਵੇਅਰ, ਜਦ ਤੱਕ ਉਹ ਅਵੇਅਰ ਹੁੰਦਾ ਹੈ, ਹੀ ਅਸੈਪਟਸ ਇਟ ਐਜ਼ ਨੈਚੁਰਲੀ ਐਜ਼ ਹਿਸ ਫਾਦਰ, ਉਹ ਇਸ ਸਾਰੇ ਇਹਨਾਂ ਦੇ ਕਰਿਊਲ ਸਰਕਲ ਨੂੰ, ਉਹਨਾਂ ਦੇ ਬਣਾਏ ਹੋਏ ਰੂਲਸ ਨੂੰ, ਨਿਯਮਾਂ ਨੂੰ ਇਸ ਤਰ੍ਹਾਂ ਹੀ ਸਵੀਕਾਰ ਕਰ ਲੈਂਦਾ ਹੈ ਜਿਵੇਂ ਕਿ ਉਸਦੇ ਪਿਤਾ ਨੇ ਕਰ ਲਿਆ ਸੀ, ਤੇ ਬਿਨਾਂ ਕਿਸੇ ਵਿਰੋਧ ਤੋਂ ਇਹ ਸਾਰੇ ਦੁੱਖ ਉਹ ਚੱਲਦਾ ਰਹਿੰਦਾ ਹੈ। To do anything else would mean to dare, ਕੁਝ ਕਹਿਣਾ, to do anything else, ਕੁਝ ਵੀ ਕਰਨਾ, ਇਸ ਦਾ ਮਤਲਬ ਕੀ ਹੋਵੇਗਾ ਹੌਸਲਾ ਕਰਨਾ, and daring is not part of his growing up, ਅਤੇ ਹੌਸਲਾ ਕਰਨਾ ਤਾਂ ਇੱਥੋਂ ਦੇ ਬੱਚਿਆਂ ਦੇ ਕੀ ਹੈ ਗਰੋਇੰਗ ਅਪ, ਉਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ ਰਿਹਾ ਹੀ ਨਹੀਂ, ਉਹਨਾਂ ਦਾ ਇੱਕ ਹਿੱਸਾ ਹੀ ਨਹੀਂ ਰਿਹਾ, ਕਿਉਂਕਿ ਇਸ ਤੋਂ ਪਹਿਲਾਂ ਕਦੇ ਉਹਨਾਂ ਦੇ ਮਾਤਾ ਪਿਤਾ ਨੇ ਕਦੇ ਕੋਈ ਹੌਸਲਾ ਨਹੀਂ ਕੀਤਾ ਸੀ ਕੁਝ ਅੱਗੇ ਵਧਣ ਦਾ, ਕੁਝ ਉਸ ਵਿਸ਼ੇ ਸਰਕਲ ਦਾ ਵਿਰੋਧ ਕਰਨ ਦਾ, ਤੇ ਇਹਨਾਂ ਦੇ ਪਾਲਣ ਪੋਸ਼ਣ ਵਿੱਚ ਵੀ ਉਹੀ ਗੱਲਾਂ ਹਨ, ਅਤੇ ਇਹ ਵੀ ਕੀ ਹੈ ਉਹ ਜੋ ਵੀ ਅਤਿਆਚਾਰ ਇਹਨਾਂ ਤੇ ਹੋ ਰਹੇ ਹਨ ਉਹਨਾਂ ਨੂੰ ਸਵੀਕਾਰ ਹੀ ਕਰ ਲੈਂਦੇ ਹਨ। When I sense a flash of it in Mukesh, I am cheered, ਜਦੋਂ ਮੈਂ ਇਸ ਤਰ੍ਹਾਂ ਦੀ ਇੱਕ ਸੈਂਸ ਦੇਖਦੀ ਹਾਂ ਨਾ ਮੁਕੇਸ਼ ਦੇ ਵਿੱਚ ਤਾਂ ਮੈਂ ਖੁਸ਼ ਹੋ ਜਾਂਦੀ ਹਾਂ, ਕਿਉਂਕਿ ਮੁਕੇਸ਼ ਕੀ ਕਹਿੰਦਾ ਸੀ ਕਿ ਮੈਂ ਮੋਟਰ ਮਕੈਨਿਕ ਬਣਾਂਗਾ, ਉਹ ਨਹੀਂ ਚਾਹੁੰਦਾ ਕਿ ਮੈਂ ਕਿਸੇ ਦਾ ਗੁਲਾਮ ਰਹਾਂ, ਆਪਣਾ ਕੰਮ ਉਹ ਆਪ ਕਰਨਾ ਚਾਹੁੰਦਾ ਹੈ, ਇੱਕ ਪਹਿਚਾਣ ਚਾਹੁੰਦਾ ਹੈ। I want to be a motor mechanic, he repeats, ਉਹ ਰਿਪੀਟ ਕਰਦਾ ਹੈ। He will go to a garage and learn, ਉਹ ਇੱਕ ਗੈਰਾਜ ਵਿੱਚ ਜਾਵੇਗਾ ਅਤੇ ਸਿੱਖੇਗਾ, ਇਸ ਤਰ੍ਹਾਂ ਕਹਿੰਦਾ ਹੈ ਉਹ। But the garage is a long way from his home, ਪਰ ਗੈਰਾਜ ਤਾਂ ਬਹੁਤ ਦੂਰ ਹੈ ਉਸਦੇ ਘਰ ਤੋਂ। I will walk, ਤਾਂ ਉਹ ਕੀ ਜਵਾਬ ਦਿੰਦਾ ਹੈ ਕਿ ਮੈਂ ਤੁਰ ਕੇ ਚਲਾ ਜਾਵਾਂਗਾ। He insists, ਉਹ ਇਸ ਗੱਲ ਉੱਤੇ ਅੜਿਆ ਰਹਿੰਦਾ ਹੈ। Do you also dream of flying a plane, ਤਾਂ ਨੀਜ ਜੰਗ ਉਸਨੂੰ ਇੱਕ ਹੋਰ ਕੁਐਸਚਨ ਕਰ ਦਿੰਦੀ ਹੈ ਕਿ ਤੂੰ ਜਹਾਜ਼ ਵੀ ਉਡਾਉਣਾ ਚਾਹੁੰਦਾ ਹੈ। He is suddenly silent, ਉਹ ਕੀ ਅਚਾਨਕ ਚੁੱਪ ਹੋ ਜਾਂਦਾ ਹੈ। No, he says, ਨਹੀਂ, ਇਹ ਜਵਾਬ ਦਿੰਦਾ ਹੈ ਉਹ ਨਹੀਂ। Staring at the ground, ਉਹ ਕੀ ਹੈ ਜ਼ਮੀਨ ਵੱਲ ਹੀ ਦੇਖਦਾ ਰਹਿੰਦਾ ਹੈ। ਉਸ ਤੋਂ ਅੱਗੇ in his small murmur there is an embarrassment, ਉਸਦੀ ਹਲਕੀ ਜਿਹੀ ਆਵਾਜ਼ ਵਿੱਚ ਕੀ ਹੁੰਦਾ ਇੱਕ ਸ਼ਰਮ ਜਿਹੀ ਵੀ ਆ ਜਾਂਦੀ ਹੈ। embarrassed ਫੀਲ ਕਰਦਾ ਹੈ ਉਹ। that has not yet turned into regret, ਜੋ ਹਾਲੇ ਪਛਤਾਵੇ ਵਿੱਚ ਨਹੀਂ ਬਦਲੀ ਹੈ। ਉਹ embarrassed ਕਿਉਂ ਫੀਲ ਕਰਦਾ ਹੈ? ਕਿਉਂਕਿ ਉਹ ਇਹ ਮਹਿਸੂਸ ਕਰ ਰਿਹਾ ਹੈ ਕਿ ਉਸਨੂੰ ਤਾਂ ਜਹਾਜ਼ਾਂ ਬਾਰੇ ਹਾਲੇ ਪਤਾ ਹੀ ਨਹੀਂ ਹੈ ਕੁਝ, ਇਸ ਤਰ੍ਹਾਂ ਉਹ ਫੀਲ ਕਰਦਾ ਹੈ, ਜੋ ਕੀ ਹੈ has not yet turned into regret, ਪਰ ਉਸਦੀ ਇਹ ਜੋ ਸ਼ਰਮ ਹੈ ਕਿਸੇ ਪਛਤਾਵੇ ਦੇ ਵਿੱਚ ਹਾਲੇ ਨਹੀਂ ਬਦਲੀ ਹੈ। he is content to dream of cars, ਉਹ ਕੀ ਹੈ ਸੰਤੁਸ਼ਟ ਹੈ। content means ਸੰਤੁਸ਼ਟ ਹੋਣਾ, ਉਹ ਕੀ ਹੈ ਪੂਰੀ ਤਰ੍ਹਾਂ ਸੰਤੁਸ਼ਟ ਹੈ, ਇਹ ਕਾਰਾਂ ਦੇ ਸੁਪਨੇ ਲੈ ਕੇ ਹੀ ਸੰਤੁਸ਼ਟ ਹੈ। that he sees hurtling down means moving down, ਜਿਹੜੀਆਂ ਕਿ ਉਹ ਦੇਖਦਾ ਹੈ ਮੂਵ ਕਰਦੇ ਹੋਏ the streets of his town, ਆਪਣੇ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਮੂਵ ਕਰਦੇ ਹੋਏ ਜਿਹੜੀਆਂ ਕਾਰਾਂ ਨੂੰ ਵੇਖਦਾ ਹੈ ਨਾ, ਉਹਨਾਂ ਦੇ ਸੁਪਨੇ ਲੈ ਕੇ ਹੀ ਉਹ ਸੰਤੁਸ਼ਟ ਹੈ। few aeroplanes fly over ਫਿਰੋਜ਼ਾਬਾਦ, ਕਿਉਂਕਿ ਬਹੁਤ ਘੱਟ ਜੋ ਜਹਾਜ਼ ਹਨ ਫਿਰੋਜ਼ਾਬਾਦ ਤੋਂ ਉੜਦੇ ਹਨ। ਇਹ ਵੀ ਇੱਕ ਇਸ ਵਿੱਚ ਵੀ ਇੱਕ ਡੂੰਘੀ ਗੱਲ ਹੈ, ਕਿਉਂਕਿ ਫਿਰੋਜ਼ਾਬਾਦ ਵੀ ਕੀ ਹੈ ਇੱਕ ਇੰਨਾ ਬਹੁਤਾ ਡਿਵੈਲਪਡ ਏਰੀਆ ਨਹੀਂ, ਅਤੇ ਉਧਰ ਕੋਈ ਨੇੜੇ
ਇਹਨਾਂ ਦੇ ਜਿੱਥੇ ਇਹਨਾਂ ਦੀ ਰਿਹਾਇਸ਼ ਹੈ ਇਹਨਾਂ ਗਰੀਬ ਲੋਕਾਂ ਦੀ, ਉਧਰ ਕੀ ਹੈ ਕੋਈ 에ਅਰਪੋਰਟ ਵਗੈਰਾ ਵੀ ਨਹੀਂ। ਤੇ ਇਹੀ ਗੱਲ ਇੱਥੇ ਕਹੀ ਗਈ ਹੈ ਕਿ ਫਿਰੋਜ਼ਾਬਾਦ ਦੇ ਉੱਤੋਂ ਦੀ ਤਾਂ ਜਹਾਜ਼ ਵੀ ਬਹੁਤ ਘੱਟ ਉੱਠਦੇ ਆ। So students, we have completed this chapter here and I hope you have understood it. And if you have liked it, please subscribe my channel and click the like button. Thanks.